ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। हवाए बंदगी और दर वजूद मरा, वगरना ज़ौक़े चुनी आमदैन नमूद मरा। ना साजो ना बाजो ना फौजो ना फर्श, खुदावंद बख्शंदे हुए शर्श। वाहिगुरु जी का खालसा, वाहिगुरु जी की फतेह। ओंकारेश्वर दी ਬਾਣੀ ਦੀ ਵਿਚਾਰ ਅਸੀਂ ਕੁਝ ਚਿਰ ਤੋਂ ਕਰ ਰਹੇ ਹਾਂ। ਓਂਕਾਰੇਸ਼ਵਰ ਦੇ ਮੰਦਿਰ ਦੇ ਵਿੱਚ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਹੈ। ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਵੀ ਉੱਥੇ ਬਣਿਆ ਹੈ। ਮੰਦਿਰ ਦੇ ਵਿੱਚ ਹੋਈ ਕੁਰੀਤੀਆਂ ਵਿੱਚ ਮਹਾਰਾਜ ਨੇ ਆਪਣੇ ਸ਼ਬਦ ਪ੍ਰਗਟ ਕੀਤੇ ਹੈ। ਨਿਰੰਕਾਰ ਕੌਣ ਹੈ, ਓਂਕਾਰ ਹੈ ਕੀ, ਕਿੱਥੇ ਰਹਿੰਦਾ ਹੈ। ਅਸੀਂ ਸਭ ਓਂਕਾਰ ਦੀ ਗੱਲ ਤੇ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਹਿਲਾ ਸ਼ਬਦ ਇੱਕ ਓਂਕਾਰ ਹੈ। ਪਰ ਇਸ ਇੱਕ ਓਂਕਾਰ ਦੇ ਦਰਸ਼ਨ ਅਸੀਂ ਕੀਤੇ ਹਨ ਕਿ ਨਹੀਂ? ਇਹ ਕਿੱਥੇ ਰਹਿੰਦਾ ਹੈ ਓਂਕਾਰ? ਕੀ ਇਹਨੂੰ ਕਦੇ ਪ੍ਰਾਪਤ ਵੀ ਕੀਤਾ ਜਾ ਸਕਦਾ ਹੈ? ਬਾਦਫਾ ਅਸੀਂ ਕਹਿੰਦੇ ਹਾਂ, ਮੈਂ ਤੇ ਆ ਜਨਮ ਲੱਭਦਾ ਹਾਂ, ਮੈਨੂੰ ਕੁਛ ਨਹੀਂ ਲੱਭਿਆ। ਇਹ ਕਿੱਥੇ ਹੈ ਰੱਬ? ਬੁੱਧਿਜ਼ਮ ਵਿੱਚ ਇਸ ਗੱਲ ਦੀ ਕੋਈ ਮੈਂਸ਼ਨ ਨਹੀਂ ਹੈ ਕਿ ਨਿਰੰਕਾਰ ਹੈ ਜਾਂ ਨਹੀਂ। ਉਹਦਾ ਇੱਕ ਕਾਰਨ ਸਮਝ ਆਉਂਦਾ ਹੈ ਕਿ ਅਗਰ ਸਾਨੂੰ ਕੋਈ ਕਹੇ ਕਿ ਨਿਰੰਕਾਰ ਨਹੀਂ ਹੈ ਜਾਂ ਕੋਈ ਕਹੇ ਕਿ ਨਿਰੰਕਾਰ ਹੈ, ਸਾਡਾ ਜੀਵਨ ਕਿਵੇਂ ਬਦਲਦਾ ਹੈ? ਉਹਦੇ ਨਾਲ ਮੈਨੂੰ ਕੀ ਫਰਕ ਪੈਂਦਾ ਹੈ? ਕਿ ਉਹਦੇ ਹੋਣ ਨਾਲ ਮੇਰਾ ਕੁਝ ਬਦਲਦਾ ਹੈ ਜਾਂ ਉਹਦੇ ਨਾ ਹੋਣ ਨਾਲ ਮੇਰੇ ਵਿੱਚ ਕੋਈ ਅੰਤਰ ਆਉਂਦਾ ਹੈ? ਅਗਰ ਮੈਨੂੰ ਕੋਈ ਕਹਿੰਦਾ ਹਾਂ ਉਹ ਹੈ, ਤਾਂ ਕੀ ਮੈਂ ਉਸ ਨੂੰ ਲੱਭਦਾ ਹਾਂ, ਉਹਨੂੰ ਜਾਣਦਾ ਹਾਂ ਕਿ ਅਸੀਂ ਉਹਨੂੰ ਜਾਣਿਆ ਹੈ? ਇਹ ਓਂਕਾਰ ਕਿੱਥੇ ਰਹਿੰਦਾ ਹੈ? ਇਸ ਪੱਖੋਂ ਤਾਂ ਧਰਮ ਦੀ ਜਿਹੜੀ ਬੁਨਿਆਦ ਹੈ ਉਹ ਦੁੱਖ ਤੋਂ ਹੀ ਸ਼ੁਰੂ ਹੁੰਦੀ ਹੈ। ਸਾਨੂੰ ਜੀਵਨ ਦੇ ਵਿੱਚ ਇੱਕ ਦੂਸਰਾ ਪੱਖ ਤਾਂ ਯਾਦ ਆਉਂਦਾ ਹੈ ਜਦੋਂ ਅਸੀਂ ਦੁਖੀ ਹੁੰਦੇ ਹਾਂ। ਜਦੋਂ ਮੇਰੇ ਜੀਵਨ ਵਿੱਚ ਦੁੱਖ ਆਉਂਦਾ ਹੈ ਤਾਂ ਮੈਂ ਪੁੱਛਦਾ ਹਾਂ ਕਿ ਮੇਰੇ ਦੁੱਖ ਦਾ ਕਾਰਨ ਕੀ ਹੈ। ਫਿਰ ਮੈਨੂੰ ਰੱਬ ਯਾਦ ਆਉਂਦਾ ਹੈ, ਨਿਰੰਕਾਰ ਯਾਦ ਆਉਂਦਾ ਹੈ। ਵਿਛੋੜੇ ਦਾ ਦੁੱਖ ਹੈ ਜਾਂ ਕਿਸੇ ਹੋਰ ਦਾ ਦੁੱਖ ਹੈ। ਮੈਂ ਟਟੋਲਦਾ ਹਾਂ ਕਿ ਜੋ ਕੁਛ ਮੈਂ ਕਰਦਾ ਰਿਹਾ, ਜੋ ਕੁਛ ਮੈਂ ਲੱਭਦਾ ਰਿਹਾ, ਮੈਨੂੰ ਮਿਲਿਆ ਨਹੀਂ ਹੈ। ਤਾਂ ਫਿਰ ਉਹ ਹੈ ਕਿ ਨਹੀਂ ਹੈ? ਉਹ ਹੈ ਤਾਂ ਕਿੱਥੇ ਹੈ? ਉਹਨੂੰ ਕਿਵੇਂ ਮਿਲਣਾ ਹੈ? ਤਾਂ ਇੱਥੇ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਹੈ ਆਸਾ ਦੀ ਵਾਰ ਵਿੱਚ ਕਿ ਦੁੱਖ ਦਾਰੂ ਸੁਖ ਰੋਗ ਪਿਆ, ਕਿ ਦੁੱਖ ਵੀ ਜੀਵਨ ਦਾ ਦਾਰੂ ਬਣ ਜਾਂਦਾ ਹੈ। ਜੀਵਨ ਦੀ ਹੀਲਿੰਗ ਦੁੱਖ ਤੋਂ ਸ਼ੁਰੂ ਹੋ ਸਕਦੀ ਹੈ ਅਗਰ ਮੈਂ ਦੁੱਖ ਤੋਂ ਸਿੱਖਣ ਲਈ ਤਿਆਰ ਹਾਂ। ਫਿਰ ਇਸ ਤਰ੍ਹਾਂ ਤਾਂ ਦੁੱਖ ਇੱਕ ਤਰ੍ਹਾਂ ਦਾ ਗਿਫਟ ਬਣ ਸਕਦਾ ਹੈ ਅਗਰ ਦੁੱਖ ਦੀ ਕਾਰਨ ਮੈਂ ਉਸ ਨੂੰ ਪਾ ਲਵਾਂ ਜਿਹਨੂੰ ਮੈਂ ਵੈਸੇ ਨਹੀਂ ਪਾ ਸਕਦਾ ਸੀ। ਪਾਣਾ ਹੈ ਕਿ ਨਹੀਂ ਪਾਣਾ ਹੈ, ਕਿਵੇਂ ਪਾਣਾ ਹੈ, ਇਸ ਪੌੜੀ ਵਿੱਚ ਇਹ ਵਿਚਾਰ ਚੱਲਦੀ ਹੈ ਮਹਾਰਾਜ ਦੀ। ਗੁਰੂ ਨਾਨਕ ਸਾਹਿਬ ਸਿੱਧੀ ਗੱਲ ਕਰਦੇ ਹਨ, ਕੋਈ ਘੁੰਮੀ ਫੇਰੀ ਗੱਲ ਨਹੀਂ ਹੈ। ਕਿਸ ਨੂੰ ਮਿਲਦਾ ਹੈ, ਕਿਸ ਨੂੰ ਨਹੀਂ ਮਿਲਦਾ, ਮਹਾਰਾਜ ਡਿਫਾਈਨ ਕਰ ਰਹੇ ਹਨ। ਅੱਜ ਉਹੀ ਜਾਣ ਸਕਦਾ ਹੈ ਜਿਸ ਕੋਲ ਪਹਿਲੇ ਹੀ ਦਰਸ਼ਨ ਹਨ, ਜਿਹਨੂੰ ਦਿਖ ਰਿਹਾ ਹੈ ਓਂਕਾਰ ਕਿੱਥੇ ਹੈ, ਕਿਵੇਂ ਹੈ।
ਸਾਨੂੰ ਆਪਣੇ ਆਪ ਨੂੰ ਟਟੋਲ ਕੇ ਦੇਖਣਾ ਚਾਹੀਦਾ ਹੈ। ਕੀ ਇਹ ਪ੍ਰਸ਼ਨ ਸਾਡੇ ਜੀਵਨ ਵਿੱਚ ਮੈਟਰ ਕਰਦਾ ਹੈ? ਓਂਕਾਰ ਹੈ ਕਿ ਨਹੀਂ? ਅਗਰ ਇੱਕ ਓਂਕਾਰ ਹੈ ਤਾਂ ਕੀ ਕਰਨਾ ਹੈ ਉਹਦੇ ਬਾਰੇ? ਨਹੀਂ ਮੈਟਰ ਕਰਦਾ ਤਾਂ ਫਿਰ ਕੀ ਹੈ ਜੀਵਨ ਵਿੱਚ? ਜੀਵਨ ਦਾ ਤੱਤ ਕੀ ਹੈ? ਹਾਊ ਡਜ਼ ਦ ਫੰਡਾਮੈਂਟਲ ਕੁਐਸਚਨ ਆਫ ਲਾਈਫ ਚੇਂਜ if there is a God or no God? ਇਹਦਾ ਬੁਨਿਆਦੀ ਪ੍ਰਸ਼ਨ ਮੈਂ ਤੋਂ ਸ਼ੁਰੂ ਹੁੰਦਾ ਹੈ ਕਿ ਮੈਂ ਕੀ ਹਾਂ ਔਰ ਮੈਂ ਤੋਂ ਇਲਾਵਾ ਇੱਥੇ ਦੁਨੀਆ ਵਿੱਚ ਕੀ ਹੈ। ਤਾਂ ਕੁਝ ਰਿਲੀਜਨਸ ਵਿੱਚ ਗੱਲ ਇਸ ਤਰ੍ਹਾਂ ਚੱਲੀ ਹੈ ਕਿ ਅਹਮ ਬ੍ਰਹਮਸਯ, ਮੈਂ ਹੀ ਬ੍ਰਹਮ ਹਾਂ। ਗੁਰੂ ਨਾਨਕ ਸਾਹਿਬ ਬਿਲਕੁਲ ਦੂਸਰੇ ਪੱਖ ਤੇ ਖੜੇ ਹਨ, ਡਾਇਮੈਟ੍ਰਿਕਲੀ ਆਪੋਜ਼ਿਟਸ ਖੜੇ ਹਨ ਇਸ ਸੋਚਦੇ ਕਿ ਮੈਂ ਬ੍ਰਹਮ ਹਾਂ। ਮਹਾਰਾਜ ਕਹਿੰਦੇ ਨੇ ਸਭ ਕੁਝ ਨਿਰੰਕਾਰ ਹੈ, ਮੇਰੀ ਹੋਂਦ ਗਿਰੇਗੀ ਤਾਂ ਮੈਂ ਨਿਰੰਕਾਰ ਨੂੰ ਪਾਵਾਂਗਾ। ਤਾਂ ਮਹਾਰਾਜ ਨੇ ਇਸ ਨੂੰ ਨਾਮ ਨਾਲ ਰਿਲੇਟ ਕੀਤਾ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਇ ਨਾ ਬਸ ਏਕ ਥਾਏ। ਰੱਬ ਦੀ ਪ੍ਰਾਪਤੀ ਤਾਂ ਹੋਏਗੀ ਜਦੋਂ ਹਉਮੈ ਗਿਰੇਗੀ। ਔਰ ਅਗਰ ਇਸ ਦੁਨੀਆ ਵਿੱਚ ਕੁਝ ਸੱਤ ਹੈ ਤਾਂ ਉਹ ਨਾਮ ਹੈ ਉਹਦਾ। ਜੋ ਕੁਝ ਹੋ ਰਿਹਾ ਹੈ ਸਭ ਉਹਦਾ ਕਰਤਾ ਉਹੀ ਹੈ, ਕਰਤਾ ਪੁਰਖ ਹੈ। ਉਹਦੀ ਕੀ ਕੁਆਲਿਟੀਜ਼ ਹਨ ਮਹਾਰਾਜ? ਨਾ ਉਹ ਡਰਦਾ ਹੈ, ਨਾ ਉਹ ਕਿਸੇ ਨਾਲ ਬੈਰ ਕਰਦਾ ਹੈ, ਨਿਰਭਉ ਨਿਰਵੈਰ। ਉਹਦੀ ਕੋਈ ਮੂਰਤੀ ਬਣਾਉਣ ਜਾਈਏ ਤਾਂ ਕਿਵੇਂ ਬਣਾਵਾਂਗੇ? ਉਹਦਾ ਫਾਰਮ, ਸ਼ੇਪ, ਰਿਪਰੈਜ਼ੈਂਟੇਸ਼ਨ, ਕੋਈ ਫੋਟੋ ਕੀ ਕਵਾਂਗੇ? ਜਿਵੇਂ ਓਂਕਾਰੇਸ਼ਵਰ ਵਿੱਚ ਉਹ ਲਿਖਦਾ ਸੀ ਓਂਕਾਰ ਬ੍ਰਹਮਾ ਉਤਪਤ। ਮਹਾਰਾਜ ਕਹਿੰਦੇ ਸਨ ਓਂਕਾਰ ਬ੍ਰਹਮਾ ਉਤਪਤ, ਪਰ ਉਹ ਪੰਡਤ ਲਿਖਦਾ ਸੀ ਓਂਕਾਰ ਇੱਕ ਫੱਟੀ ਤੇ, ਔਰ ਉਹ ਕਹਿੰਦਾ ਸੀ ਇਹ ਰੱਬ ਹੈ। ਪਰ ਅਸਲ ਵਿੱਚ ਉਸ ਓਂਕਾਰ ਨੂੰ ਨਹੀਂ ਮੰਨਦਾ ਸੀ। ਉੱਥੇ ਇੱਕ ਫਾਰਮ ਉਹਨੇ ਦਿੱਤਾ, ਇੱਕ ਸ਼ੇਪ ਦੇ ਦਿੱਤੀ। ਮੰਦਿਰ ਦੇ ਅੰਦਰ ਸ਼ਿਵਲਿੰਗ ਹੈ, ਉਹਨੂੰ ਕਹਿੰਦਾ ਸੀ ਇਹ ਓਂਕਾਰ ਹੈ। ਕੀ ਇਹ ਸ਼ਿਵਲਿੰਗ ਓਂਕਾਰ ਹੈ? ਕੀ ਉਹ ਫਾਰਮ ਓਂਕਾਰ ਹੈ? ਮਹਾਰਾਜ ਨੇ ਉਹਦੇ ਜਵਾਬ ਵਿੱਚ ਦੱਸਿਆ ਕਿ ਓਂਕਾਰ ਬ੍ਰਹਮਾ ਉਤਪਤ। ਨਿਰੰਕਾਰ ਕੀ ਹੈ ਔਰ ਮੇਰਾ ਰਿਲੇਸ਼ਨਸ਼ਿਪ ਨਿਰੰਕਾਰ ਨਾਲ ਕੀ ਹੈ? ਮੈਂ ਨਿਰੰਕਾਰ ਨੂੰ ਲੱਭਣਾ ਵੀ ਕਿਉਂ ਹੈ? ਹੋਰ ਬਥੇਰੇ ਕੰਮ ਹਨ ਦੁਨੀਆ 'ਚ। ਇੱਕ ਮੇਰਾ ਮਿੱਤਰ ਪੁਰਾਣਾ ਉਸ ਦਿਨ ਮੈਨੂੰ ਯਾਦ ਕਰਕੇ ਫ਼ੋਨ ਕਰਦਾ ਹੈ, ਕਹਿੰਦਾ ਯਾਰ ਇਹ ਗੱਲ ਦੱਸ, ਇਹ ਰੱਬ ਹੈ ਵੀ ਕਿ ਨਹੀਂ? ਮੈਂ ਐਵੇਂ ਆਪਣਾ ਸਮਾਂ ਇਹਦੇ 'ਚ ਲਗਾਵਾਂ। ਇੱਕ ਹਾਸੀ ਵਾਲੀ ਗੱਲ ਹੈ, ਪਰ ਅੱਜ ਦਾ ਮਨ ਇਸ ਤਰ੍ਹਾਂ ਹੀ ਹੋ ਗਿਆ ਕਿ ਉਹ ਆਪਣੀ ਹਰ ਇਨਵੈਸਟਮੈਂਟ ਨੂੰ ਗੇਜ ਕਰਦਾ ਹੈ, ਇਹਦਾ ਰਿਟਰਨ ਆਏਗਾ ਵੀ ਕਿ ਨਹੀਂ? ਮੈਂ ਰੱਬ 'ਤੇ ਇਨਵੈਸਟ ਕਰਦਾ ਹਾਂ, ਹੁਣ ਇਹਦਾ ਕੋਈ ਰਿਟਰਨ ਹੀ ਨਾ ਆਏ, ਫਿਰ ਮੈਂ ਐਵੇਂ ਆਪਣੇ ਆਪ ਨੂੰ ਖੁਆਰ ਕਰਦਾ ਰਹਾਂ ਰੱਬ ਨੂੰ ਲੱਭਦੇ ਲੱਭਦੇ। ਹੈ ਕਿੱਥੇ ਰੱਬ? ਔਰ ਹੈ ਤੇ ਮੈਂ ਉਹਦੇ ਬਾਰੇ ਕੀ ਕੀਤਾ ਹੈ? ਔਰ ਨਾ ਕੁਝ ਕੀਤਾ ਤਾਂ ਕੀ ਹੋਏਗਾ? ਔਰ ਜੇ ਜਾਣ ਲਿਆ ਤਾਂ ਕੀ ਹੋਏਗਾ? ਇਹ ਪ੍ਰਸ਼ਨ ਪੁੱਛਣ ਵਾਲੇ ਹਨ। ਸਿਆਣਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਰਾਹ ਉਹਨਾਂ ਨੂੰ ਕਿੱਥੇ ਲਿਜਾ ਰਿਹਾ ਹੈ। ਜੀਵਨ ਅਗਰ ਇੱਕ ਰਸਤਾ ਹੈ ਤਾਂ ਮੈਂ ਜਾ ਕਿੱਥੇ ਰਿਹਾ ਹਾਂ? ਕੀ ਮੈਨੂੰ ਜਾਣਨਾ ਚਾਹੀਦਾ ਮੈਂ ਕਿੱਥੋਂ ਸ਼ੁਰੂ ਹੋਇਆ? ਕੀ ਮੈਨੂੰ ਜਾਣਨਾ ਚਾਹੀਦਾ ਹੈ ਕਿ ਮੇਰਾ ਰਾਹ ਮੈਨੂੰ ਲਿਜਾ ਕਿੱਥੇ ਰਿਹਾ ਹੈ? ਇਹ ਸਭ ਕੁਝ ਡਾਰਕਨੈਸ ਹੈ, ਸਾਡੇ ਲਈ ਹਨੇਰਾ ਹੈ। ਇਸ ਭਰਮ ਵਿੱਚ ਅਸੀਂ ਭਟਕਦੇ ਹਾਂ। ਤਾਂ ਮਹਾਰਾਜ ਨੇ ਇਹਨੂੰ ਭ੍ਰਮਣ ਕਿਹਾ ਹੈ ਕਿ ਅਸੀਂ we are trying to grow, find, search in darkness and we are in darkness। ਸਾਨੂੰ ਗਿਆਨ ਨਹੀਂ ਹੈ, ਤੇ ਇੱਕ ਤਰ੍ਹਾਂ ਨਾਲ ਪ੍ਰਕਾਸ਼ ਗਿਆਨ ਹੈ ਜਾਂ ਗਿਆਨ ਪ੍ਰਕਾਸ਼ ਹੈ। ਜਿਸ ਦਿਨ ਮੈਨੂੰ ਅਗਰ ਦਿਖ ਗਿਆ ਮੇਰਾ ਜੀਵਨ ਕੀ ਹੈ ਤਾਂ ਉਹਦਾ ਪ੍ਰਕਾਸ਼ ਹੋ ਗਿਆ, ਫਿਰ ਜੀਵਨ ਪਤਾ ਲੱਗ ਗਿਆ ਕੀ ਹੈ ਮਹਾਰਾਜ। ਪਤਾ ਲੱਗ ਗਿਆ ਤਾਂ ਕੀ ਬਣੇਗਾ? ਨਹੀਂ ਪਤਾ ਲੱਗਿਆ ਤਾਂ ਕੀ ਬਣੇਗਾ? ਇਹਦੇ ਵਿੱਚ ਐਨਰਜੀ ਲਗਾਉਣ ਦੀ ਲੋੜ ਕੀ ਹੈ?
ਮਹਾਰਾਜ ਨੇ ਜਦੋਂ ਸਿੱਧ ਗੋਸ਼ਟ ਵਿੱਚ ਪ੍ਰਸ਼ਨ ਉੱਠੇ ਹਨ ਤਾਂ ਇੱਕ ਬਹੁਤ ਰਿਲੇਵੈਂਟ ਪ੍ਰਸ਼ਨ ਪੁੱਛਿਆ ਸਿੱਧਾਂ ਨੇ, ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਇਹ ਦੁੱਖ ਨਾਲ ਕੁਐਸਚਨ ਰਿਲੇਟ ਕਰ ਦਿੱਤਾ ਹੈ, ਇਹਦੇ ਵਿੱਚ ਵੀ ਕੁਝ ਭੇਦ ਹੋਣਾ ਹੈ, ਕਿਉਂਕਿ ਮੇਰੀ ਸਰਚ ਸੁੱਖ ਤੋਂ ਦੁੱਖ ਤੋਂ ਸ਼ੁਰੂ ਹੁੰਦੀ ਹੈ, ਸੁੱਖ ਤੋਂ ਨਹੀਂ ਹੁੰਦੀ ਹੈ। ਮੈਂ ਸੁਖੀ ਵੇਲੇ ਨਹੀਂ ਲੱਭਦਾ ਕਿ ਮੇਰਾ ਸੁੱਖ ਕਿੱਥੋਂ ਆਇਆ, ਕਿਉਂ ਆਇਆ, ਕਿਸ ਕਾਰਨ ਆਇਆ, ਮੈਨੂੰ ਕਿਉਂ ਮਿਲਿਆ। ਪਰ ਦੁੱਖ ਵੇਲੇ ਮੈਂ ਜ਼ਰੂਰ ਪੁੱਛਦਾ ਹਾਂ, ਵਾਈ ਮੀ, ਮੈਂ ਕੀ ਕੀਤਾ ਹੈ, ਮੈਂ ਕੀ ਗਲਤ ਕੀਤਾ ਮਹਾਰਾਜ। ਕਈ ਲੋਕ ਕਹਿੰਦੇ ਮੈਂ ਰੱਬ ਨਾਲ ਗੱਲ ਕਰਦਾ ਹਾਂ। ਪਹਿਲਾਂ ਤਾਂ ਪ੍ਰਸ਼ਨ ਹੀ ਸਮਝਣਾ ਹੈ, ਰੱਬ ਨਾਲ ਕਿਵੇਂ ਗੱਲ ਕਰਦੇ ਹੋ। ਆਪਣੀ ਥਾਟਸ ਨਾਲ ਹੀ ਤੁਸੀਂ ਉਲਝੇ ਹੋਏ ਹੋ। ਰੱਬ ਕਿੱਥੇ ਹੈ? ਥਾਟਸ ਵਿੱਚ ਹੈ। ਔਰ ਅਗਰ ਰੱਬ ਨਾਲ ਅਜ਼ਿਊਮਿੰਗ ਗੱਲ ਵੀ ਕਰਦੇ ਹਾਂ ਅਸੀਂ, ਤਾਂ ਇਹਦਾ ਮਤਲਬ ਦੋ ਹਾਂ, ਮੈਂ ਔਰ ਮੇਰਾ ਰੱਬ, ਅਸੀਂ ਵੱਖਰੇ ਹਾਂ। ਕ੍ਰਿਸਚੈਨਿਟੀ ਵਿੱਚ ਪ੍ਰਸ਼ਨ ਉੱਠਦਾ ਹੈ ਗੁੱਡ ਐਂਡ ਈਵਲ ਦਾ। ਉਹ ਕਹਿੰਦੇ ਨੇ ਸੈਟਨ ਅਲੱਗ ਹੈ ਰੱਬ ਤੋਂ। ਗੁਰਮਤਿ ਨਹੀਂ ਇਹਨੂੰ ਪ੍ਰਵਾਨ ਕਰਦੀ। ਸਭ ਕੁਝ ਨਿਰੰਕਾਰ ਹੈ। ਤਾਂ ਫਿਰ ਕਿੱਥੋਂ ਬਣਦਾ ਹੈ ਉਹ ਜਿਹੜਾ ਡਾਰਕ ਪੱਖ ਹੈ ਲਾਈਫ ਦਾ, ਹਨੇਰਾ ਹੈ ਜਿੱਥੇ, ਉਹ ਕਿੱਥੋਂ ਬਣਦਾ ਹੈ ਮਹਾਰਾਜ? ਮਹਾਰਾਜ ਕਹਿੰਦੇ ਹਉਮੈ ਤੋਂ ਬਣਦਾ ਹੈ। ਹਉਮੈ ਇੱਕ ਪਰਦਾ ਹੈ, ਇੱਕ ਵੇਲ ਹੈ ਜਿਹੜੀ ਸੱਤ ਤੋਂ ਮੈਨੂੰ ਛਿਪਾਉਂਦੀ ਹੈ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਇੱਕ ਕੂੜ ਦੀ ਪਾਲ ਹੈ, ਫਾਲਸ ਦੀਵਾਰ ਹੈ। ਔਰ ਮੈਂ ਉਸ ਨੂੰ ਆਪਣੀ ਈਗੋ ਨਾਲ ਰੀਇਨਫੋਰਸ ਕਰ ਕਰਕੇ ਪੱਕਾ ਬਣਾਉਂਦਾ, ਉਹਨੂੰ ਹੋਰ ਸਟਰੋਂਗ ਬਣਾਉਂਦਾ। ਔਰ ਜਿਤਨੀ ਉਹ ਗਹਿਨ ਬਣਦੀ ਹੈ, ਜਿਤਨੀ ਉਹ ਡੈਂਸ ਬਣ ਜਾਂਦੀ ਹੈ ਈਗੋ ਨਾਲ, ਉਤਨਾ ਮਨ ਮੇਰਾ ਗ੍ਰੋਸ ਬਣ ਜਾਂਦਾ ਹੈ, ਮਟੀਰੀਅਲ ਬਣ ਜਾਂਦਾ ਹੈ, ਸਟਲ ਨਹੀਂ ਹੁੰਦਾ। ਔਰ ਉਤਨਾ ਮੇਰਾ ਮਨ ਹੁਣ ਹਨੇਰੇ 'ਚ ਰਹਿੰਦਾ ਹੈ। ਔਰ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਈਵਲ ਬਣ ਜਾਂਦਾ, ਇੱਕ ਤਰ੍ਹਾਂ ਨਾਲ। ਔਰ ਮਹਾਰਾਜ ਪ੍ਰਵਾਨ ਕਰਦੇ ਹਨ ਕਿ ਸਭ ਨਿਰੰਕਾਰ ਹੈ ਮਹਾਰਾਜ, ਇੱਕ ਓਂਕਾਰ। ਅਸੀਂ ਤੁਸੀਂ ਸਭ ਦੁਨੀਆ, ਪਰਿਵਾਰ, ਕਰੀਅਰਸ, ਕਾਰੋਬਾਰ ਕਰਨਾ ਧਰਨਾ, ਸੁਸਾਇਟੀ, ਸਾਰਾ ਨਿਰੰਕਾਰ ਦਾ ਉਤਪਤ ਹੈ। ਤਾਂ ਮਹਾਰਾਜ ਪੁੱਛਦੇ, ਮਹਾਰਾਜ ਨੂੰ ਸਿੱਧ ਪੁੱਛਦੇ ਹੈ, ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਇਹ ਜਗ ਕਿੱਥੋਂ ਉਪਜਦਾ ਹੈ ਮਹਾਰਾਜ? ਅਗਰ ਕੋਈ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਕੀ ਪ੍ਰਸ਼ਨ ਪੁੱਛੇ? ਇਹ ਦੱਸਦਾ ਹੈ ਕਿ ਉਹਦੀ ਡੈਪਥ ਕਿਤਨੀ ਹੈ। ਯੋਗੀ ਜਦੋਂ ਇਹੋ ਜਿਹੇ ਪ੍ਰਸ਼ਨ ਪੁੱਛਦੇ ਹਨ ਤਾਂ ਇਹ ਦਿਖਦਾ ਹੈ ਕਿ ਯੋਗੀਆਂ ਦੀ ਸਰਚ ਬੜੀ ਰੀਅਲ ਹੈ। ਔਰ ਉਸ ਵਾਰਤਾਲਾਪ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਹੋਇਆ, 70 ਸਾਲ ਦੀ ਉਮਰ ਹੈ ਮਹਾਰਾਜ ਦੀ, ਬੜਾ ਰੋਮਾਂਟਿਕ ਜਿਹਾ ਸਮਾਂ ਹੈ। ਇੱਕ ਸੱਤ ਨੂੰ ਗਿਆਨ ਪ੍ਰਾਪਤ ਕਰਨ ਵਾਲਾ ਇਨਸਾਨ ਯੋਗੀਆਂ ਦੇ ਸ਼ਿਵਰਾਤ ਦੇ ਮੇਲੇ ਵਿੱਚ ਇਕੱਲਾ ਪਹੁੰਚ ਜਾਂਦਾ ਹੈ। ਬੜੀ ਕੁਲਕਾਰੀਆਂ ਲੱਗਦੀਆਂ ਹਨ, ਬੜੇ ਸ਼ੋਰ ਮਚਦੇ ਹਨ, ਪ੍ਰੋਟੈਸਟ ਹੁੰਦਾ ਹੈ, ਕਿਉਂਕਿ ਗ੍ਰਸਤੀ 'ਚ ਆ ਗਏ ਮਹਾਰਾਜ। ਫਿਰ ਵਾਪਸ ਕਿਹਾ ਜਾਂਦਾ ਹੈ, ਦੁੱਧ ਵਿੱਚ ਤੂੰ ਕਿਉਂ ਕਾਂਜੀ ਪਾਈ। ਤਾਨੇ ਦਿੱਤੇ ਜਾਂਦੇ ਹਨ ਮਹਾਰਾਜ ਨੂੰ। ਮਹਾਰਾਜ ਵੀ ਠੋਕ ਕੇ ਜਵਾਬ ਦਿੰਦੇ ਹਨ, ਤੇਰੀ ਮਾਂ ਕੁਚੱਜੀ ਆਈ। ਪਰ ਫਿਰ ਇੱਕ ਬੈਲੈਂਸ ਆ ਜਾਂਦਾ ਹੈ। ਯੋਗੀਆਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਹੱਥੋਂ ਸਮਾਂ ਗਵਾਉਣਾ ਨਹੀਂ ਹੈ। ਇਹ ਜਿਹੜਾ ਪੁਰਖ ਸਾਡੇ 'ਚ ਆ ਗਿਆ, ਇਸ ਤੋਂ ਗਿਆਨ ਲੈਣਾ ਹੈ। ਔਰ ਕੁਝ ਸੋਰਸਿਸ ਇਹ ਦੱਸਦੇ ਹਨ ਕਿ ਉਸ ਵਾਰਤਾਲਾਪ ਦੇ ਕਾਰਨ ਕਈ ਯੋਗੀ ਸਿੱਖ ਬਣੇ ਹਨ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਉਹਨਾਂ 'ਚੋਂ ਕੁਛ ਯੋਗੀ ਸਿੱਖ ਸੀਗੇ। ਕਿਵੇਂ ਕਿ ਸਰਚ ਕਰਦੇ ਸਨ ਕਿ ਮੈਂ ਆਪਣੇ ਜੀਵਨ ਵਿੱਚ ਕੁਝ ਸਰਚ ਕਰ ਰਿਹਾ ਹਾਂ। ਅਗਰ ਮੈਂ ਸਰਚ ਕਰ ਰਿਹਾ ਹਾਂ ਤਾਂ ਕੀ ਕਰ ਰਿਹਾ ਹਾਂ, ਅਗਰ ਨਹੀਂ ਕਰ ਰਿਹਾ ਤਾਂ ਕਿਉਂ ਨਹੀਂ ਕਰ ਰਿਹਾ। ਜੋ ਮੇਰੇ ਕੋਲ ਹੈ, ਜੋ ਮੇਰੇ ਆਲੇ ਦੁਆਲੇ ਸਟਰਕਚਰ ਹੈ
कि वो परिपूर्ण है, कंप्लीट है, कि ਉਹਦੇ ਵਿੱਚ ਜੀਵਨ ਦਾ ਪੂਰਾ ਗਿਆਨ ਹੈ ਮੈਨੂੰ, ਤਾਂ ਆਈ ਕੈਨ ਡੀਲ ਵਿਦ ਆਲ ਐਸਪੈਕਟਸ ਆਫ ਲਾਈਫ। ਕਿ ਮੈਂ ਬੰਨਿਆ ਹੋਇਆ ਹਾਂ ਕਿ ਮੈਂ ਆਜ਼ਾਦ ਹਾਂ, ਬੜਾ ਵੱਡਾ ਪ੍ਰਸ਼ਨ ਹੈ, ਕਿਉਂਕਿ ਆਜ਼ਾਦੀ ਬੁਨਿਆਦੀ ਸਰਚ ਹੈ ਮੇਰੀ, ਫਰੀडम। ਇੱਕ ਪੁਰਾਣੀ ਕਥਾ ਹੈ, ਗਊ ਨੂੰ ਗਵਾਲਾ ਘੁਮਾਉਣ ਜਾਂਦਾ ਹੈ, ਆਪਣੀ ਗਊ ਨੂੰ ਰੱਸੀ ਨਾਲ ਬੰਨ੍ਹ ਕੇ ਉਹਨੂੰ ਸੈਰ ਕਰਾਉਣ ਲਿਜਾ ਰਿਹਾ ਹੈ। ਤਾਂ ਗੁਰੂ ਆਪਣੇ ਸਿੱਖ ਨੂੰ ਪੁੱਛਦਾ ਹੈ, ਮੈਨੂੰ ਇਹ ਦੱਸ ਕਿ ਕਿਸ ਨੇ ਕਿਸ ਨੂੰ ਪਕੜਿਆ ਹੋਇਆ ਹੈ। ਇਹ ਗਵਾਲੇ ਨੂੰ ਗਊ ਨੇ ਪਕੜਿਆ ਹੈ ਕਿ ਗਊ ਨੂੰ ਗਵਾਲੇ ਨੇ ਪਕੜਿਆ ਹੈ। ਸਿੱਖ ਥੋੜ੍ਹਾ ਹੈਰਾਨ ਹੁੰਦਾ ਆਪਣੇ ਗੁਰੂ 'ਤੇ, ਕਹਿੰਦਾ ਮਹਾਰਾਜ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ, ਗਵਾਲੇ ਨੇ ਰੱਸੀ ਬੰਨੀ ਹੈ ਗਊ ਨੂੰ ਔਰ ਗਊ ਨੂੰ ਪਕੜਿਆ ਹੋਇਆ ਹੈ। ਗੁਰੂ ਕਹਿੰਦਾ ਥੋੜ੍ਹਾ ਧਿਆਨ ਨਾਲ ਦੇਖ, ਅਗਰ ਮੈਂ ਰੱਸੀ ਖੋਲ੍ਹ ਦਿਆਂ ਤਾਂ ਕੌਣ ਕਿਹਦੇ ਪਿੱਛੇ ਜਾਏਗਾ? ਕਿਸ ਦੀ ਸਰਚ ਕੀ ਹੈ ਜੀਵਨ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਹੈ। ਮੇਰੀ ਸਰਚ ਕੀ ਹੈ ਮੈਨੂੰ ਇਹ ਵੀ ਗਿਆਨ ਨਹੀਂ ਹੈ। ਮੈਂ ਜੀਤਾ ਰਿਹਾ ਹਾਂ ਡੇ ਟੂ ਡੇ, ਇੱਕ ਦਿਨ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਪਰ ਮੇਰੇ ਇਸ ਜੀਵਨ ਵਿੱਚ ਸਰਚ ਕੀ ਹੈ, ਬੁਨਿਆਦੀ ਮੈਂ ਕਿਹੜੀ ਡਾਇਰੈਕਸ਼ਨ ਪਕੜੀ ਹੋਈ ਹੈ, ਇਹਦਾ ਮੈਨੂੰ ਟਟੋਲਣਾ ਚਾਹੀਦਾ ਹੈ। ਇੱਥੋਂ ਸਿੱਖੀ ਉਤਪੰਨ ਹੁੰਦੀ ਹੈ ਮਹਾਰਾਜ। ਜੀਂਦੇ ਤਾਂ ਸਭ ਹਾਂ, ਪਰ ਮਰਨਾ ਕੋਈ ਕੋਈ ਜਾਣਦਾ ਹੈ। ਸਿੱਖੀ ਸਾਨੂੰ ਮੌਤ ਨੂੰ ਫਤਹ ਕਰਨਾ ਸਿਖਾਉਂਦੀ ਹੈ। ਵਿਚਰਦੇ ਤੇ ਸਾਰੇ ਹਨ ਇਸ ਦੁਨੀਆ ਵਿੱਚ, ਪਰ ਨਿਡਰ ਬਹੁਤ ਥੋੜ੍ਹੇ ਹਨ। ਕਈ ਲੋਕ ਵਿਚਰਦੇ ਹਨ, ਵਾਰਤਾਲਾਪ ਕਰਦੇ ਹਨ ਦੁਨੀਆ ਵਿੱਚ, ਬਟ ਪ੍ਰੇਮ ਨੂੰ ਬਹੁਤ ਥੋੜ੍ਹਿਆਂ ਨੇ ਜਾਣਿਆ ਹੈ। ਸਰੀਰ ਤੇ ਅਸੀਂ ਸਾਰੇ ਧਾਰਨ ਕਰਦੇ ਹਾਂ, ਪਰ ਜਿਹੜਾ ਜੀਵਨ ਇਹ ਸਰੀਰ ਆਫਰ ਕਰਦਾ ਹੈ ਉਸ ਨੂੰ ਬਹੁਤ ਥੋੜ੍ਹਿਆਂ ਨੇ ਜਾਣਿਆ ਹੈ। ਇੱਥੇ ਗੁਰੂ ਦੀ ਲੋੜ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸ਼ਬਦ ਦੇ ਵਿੱਚ ਹਨ। ਮਹਾਰਾਜ ਕਹਿੰਦੇ ਹਨ, ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਤੋਂ ਜਗ ਉਪਜਦਾ ਹੈ। ਨਾਮ ਵਿਸਰੀਏ ਦੁੱਖ ਪਾਈ, ਦੁੱਖ ਦਾ ਕਾਰਨ ਨਾਮ ਨੂੰ ਵਿਸਰਨਾ ਹੈ। ਅਸੀਂ ਦੁੱਖ ਦਾ ਕਾਰਨ ਸਿੰਪਟਮਸ ਤੋਂ ਲੱਭਦੇ ਹਾਂ। ਅਸਲ ਡਿਜ਼ੀਜ਼ ਲਾਈਫ ਦਾ ਹਉਮੈ ਨੂੰ ਟੈਕਲ ਨਾ ਕਰਨਾ ਹੈ। ਮੈਂ ਨਹੀਂ ਕਹਿ ਰਿਹਾ ਕਿ ਹਉਮੈ ਦਾ ਹੋਣਾ, ਕਿਉਂਕਿ ਹਉਮੈ ਕਰਕੇ ਅਸੀਂ ਸਾਰੇ ਹਾਂ, ਇਹ ਵਿਚਾਰ ਬਣਦੀ ਹੈ। ਅਗਰ ਜੀਵਨ ਵਿੱਚ ਹਉਮੈ ਨਹੀਂ ਹੈ, ਈਗੋ ਨਹੀਂ ਹੈ, ਤਾਂ ਜੀਵਨ ਖਤਮ ਹੋ ਜਾਂਦਾ ਹੈ। ਪਰ ਉਸ ਈਗੋ ਦੇ ਵਿੱਚ, ਉਸ ਤੋਂ ਉਹਦੇ ਵਿੱਚ ਰਹਿ ਕੇ ਉਸ ਤੋਂ ਨਿਰਲੇਪ ਕਿਵੇਂ ਰਹਿਣਾ ਹੈ, ਕਲਾ ਜੀਵਨ ਦੀ ਇਹ ਹੈ। ਜੈਸੇ ਜਲ में कमल निरालम, मुरगाई न साणे, सुरत शब्द भव सागर तरिए, नानक नाम वखाणे। ਜੀਵਨ ਵਿੱਚ ਰਹਿੰਦੇ ਹੋਏ ਜੀਵਨ ਤੋਂ ਨਿਰਲੇਪ ਕਿਵੇਂ ਰਿਹਾ ਜਾਏਗਾ? ਸਵਾਸ ਤਾਂ ਅਸੀਂ ਸਾਰੇ ਲੈਂਦੇ ਹਾਂ, ਪਰ ਸਵਾਸ ਦਾ ਆਨੰਦ ਬਹੁਤ ਥੋੜ੍ਹਿਆਂ ਨੇ ਜਾਣਿਆ ਹੈ। ਗੁਰੂ ਦੇ ਮਿਲਣ ਨਾਲ ਆਨੰਦ ਖੁੱਲ੍ਹਦਾ ਹੈ ਮਹਾਰਾਜ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਸ ਅਰਦਾਸ ਨਾਲ ਇਸ ਸ਼ਬਦ ਵਿੱਚ ਉਤਰੀਏ ਮਹਾਰਾਜ, ਗੁਰੂ ਦਾ ਮਿਲਣ ਹੋ ਜਾਏ। ਗੁਰੂ ਨਾਲ, ਗੁਰੂ ਨੂੰ ਮਿਲਣ ਵਾਸਤੇ ਕੀ ਕੰਡੀਸ਼ਨਸ ਹਨ, ਅੱਜ ਇਹ ਵਿਚਾਰਦੇ ਹਾਂ। ਕੀ ਪਤਾ ਹੈ ਮੇਰਾ ਜੀਵਨ ਅੱਜ ਤੋਂ ਬਦਲ ਜਾਏ।
ਦਰਸ਼ਨ ਕਰਾਂਗੇ ਰਹਾਉ ਦੀ ਤੁਕ ਤੋਂ, ਔਰ ਓਂਕਾਰੇਸ਼ਵਰ ਦੇ ਉਸ ਮੰਦਿਰ ਵਿੱਚ ਨਦੀ ਦੇ ਕੰਢੇ ਦੇ ਵਿੱਚ ਮੱਧ ਪ੍ਰਦੇਸ਼ ਵਿੱਚ ਉਸ ਧਰਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀ ਪ੍ਰਕਾਸ਼ ਪਾਇਆ ਹੈ, ਗਿਆਨ ਪਾਇਆ ਹੈ ਜੀਵਨ ਦਾ ਇਸ ਦੁਨੀਆ ਨੂੰ। ਅਗਰ ਅਸੀਂ ਉਹਦੇ ਸਿੱਖ ਹਾਂ ਤਾਂ ਅਸੀਂ ਵੀ ਇਹਦਾ ਗਿਆਨ ਪ੍ਰਾਪਤ ਕਰੀਏ ਕਿ ਸਾਡਾ ਗੁਰੂ ਕਹਿ ਕੀ ਰਿਹਾ ਹੈ ਜੀਵਨ ਬਾਰੇ। ਕਹਿਣ ਨਾਲ ਕਿਵੇਂ ਗੁਰੂ ਬਣੇਗਾ? ਜਦ ਤੱਕ ਮੰਨਾਂਗਾ ਨਹੀਂ ਤਦ ਤੱਕ ਗੁਰੂ ਨਹੀਂ ਬਣਦਾ ਮੇਰਾ। ਕੇਵਲ ਕਹਿਣ ਨਾਲ ਕਿ ਮੇਰਾ ਗੁਰੂ ਗ੍ਰੰਥ ਹੈ, ਕਿਵੇਂ ਗੁਰੂ ਬਣ ਜਾਏਗਾ? ਜਦ ਤੱਕ ਮੰਨਾਂਗਾ ਨਹੀਂ ਕਿ ਉਹ ਕੀ ਕਹਿ ਰਿਹਾ ਹੈ ਮੈਨੂੰ, ਤਦ ਤੱਕ ਮੈਂ ਉਹਦਾ ਸਿੱਖ ਨਹੀਂ ਬਣਦਾ ਹਾਂ ਮਹਾਰਾਜ। ਆਓ ਵਿਚਰਦੇ ਹਾਂ ਗੁਰੂ। ਇਹ ਸੱਤ ਦਾ ਜੰਗਲ ਹੈ, ਇੱਥੇ ਗੁਰੂ ਨਾਨਕ ਸਾਹਿਬ ਵਿਚਰਦੇ ਹਨ। ਇੱਥੇ ਪ੍ਰਤੱਖ ਸਿਰਫ ਸੱਤ ਹੈ, ਤਾਂ ਬਾਣੀ ਪ੍ਰਕਾਸ਼ ਪਾ ਰਹੀ ਹੈ। ਮੇਰਾ ਜੀਵਨ ਹਨੇਰੇ 'ਚ ਹੈ। ਆਓ ਇਸ ਬਾਣੀ ਨੂੰ ਆਪਣੇ ਮਨ ਵਿੱਚ ਵਸਾ ਕੇ ਮਨ ਨੂੰ ਪ੍ਰਕਾਸ਼ 'ਚ ਲਿਆਉਣ ਦਾ ਯਤਨ ਕਰੀਏ ਮਹਾਰਾਜ। ਗੁਰੂ ਜੀ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। रहाओ इस करते को क्यों गए राखो, अफर्यो तुल्यो न जाई। माया के दीवाने प्राणी झूठ ठगोरी पाई। लब लोभ मोहताज विभूते, इब तब फिर पछताई। एक सरे है तांगत मित पावै, आवन जान रहाई। एक सिरे वै तांगत मित पावै, आवन जान रहाई। वाहिगुरु जी। ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨਵਾਦ ਭਾਈ ਸਾਹਿਬ। ਸੁਣ ਪਾਂਡੇ ਕਿਆ ਲਿਖਨ ਜੰਜਾਲਾ, लिख राम नाम गुरमुख का पाला। सुन पांडे क्या लिखो जंजाला, लिख राम नाम गुरमुख को पाला। यह जंजाल मैं अपने जीवन विच प्रगट किया है। मेरी सियाणप मैनू जंजाल विच फसांदी है महाराज। जीवन जंजाल बनता है जदों हौमे चों जीवन जिया जाता है। अगर जीवन नाम विच जिया जाएगा फिर जंजाल नहीं रहेगा। पर जब तक जीवन विच नाम नहीं है तब तक मैं अपने आप को उलझा के ही रखांगा। थॉट्स एक टूल हैं, विचार एक टूल है जिहदे नाल मैं जीवन नूं जींदा हाँ, जिहदे नाल मैनूं बेसिक नॉलेज जीवन दी आंदी है। पर थॉट्स उस देश विच मैनूं नहीं लिजा सकदी जिथे निरंकार वसदा है। उहदे वास्ते मैनूं इन्हां दा त्याग करना पेगा। जिसनूं लोग मैडिटेशन कहंदे हन, ध्यान कहंदे हन, वो थॉटलैसनैस विच विसवसता है। उत्थे कोई थॉट नहीं है। वो सोर्स है इंसान का। असी उत्थे वापस जाते हैं। उत्तों थॉट्स आ सकदियां हन, पर उत्थे जाण वेले थॉट नहीं रहिंदी है। इस करके मन नूं जदों साधना है तो थॉटलैस होके साधना है। शब्द नूं जदों असी अभ्यास करते हाँ तो उस शिखर नूं जाण दा यतन करते हाँ जिथे कोई थॉट नहीं है। थॉट नहीं है पर आनंद है, प्रकाश है। जिथे एनर्जी है, जिथे एक सोर्स दिखता है आनंद का।
ਮਹਾਰਾਜ ਕਹਿੰਦੇ ਹਨ ਕਿ ਅਸੀਂ ਆਪਣੇ ਜੀਵਨ ਨੂੰ ਜੰਜਾਲ ਵਿੱਚ ਪਿਰੋਲਿਆ ਹੈ ਮਹਾਰਾਜ। ਹਉਮੈ ਸਾਨੂੰ ਲਿਜਾਏਗੀ ਹੀ ਜੰਜਾਲ ਵਿੱਚ। ਹਉਮੈ ਦਾ ਕੋਈ ਅਲਟੀਮੇਟ ਗੇਨ ਨਹੀਂ ਹੈ, ਮੈਨੂੰ ਜੀਵਨ ਵਿੱਚ ਵਿਚਰਨ ਦਾ ਗੇਨ ਹੈ। ਔਰ ਜੀਵਨ ਆਪਣੀ ਵੈਲਿਊ ਰੱਖਦਾ ਹੈ, ਪਰ ਉਹ ਵੈਲਿਊ ਟੈਂਪਰਰੀ ਹੈ, ਟ੍ਰਾਂਜ਼ੀਐਂਟ ਹੈ ਕਿ ਪਰਮਾਨੈਂਟ ਹੈ, ਡਿਪੈਂਡ ਕਰਦਾ ਹੈ ਮੈਂ ਕਿਵੇਂ ਜੀਵਨ ਜੀਂਦਾ ਹਾਂ। ਤਾਂ ਜਪਜੀ ਸਾਹਿਬ ਵਿੱਚ ਮੇਰੇ ਹਿਸਾਬ ਨਾਲ ਦੋ ਪੱਖ ਮਹਾਰਾਜ ਨੇ ਪ੍ਰਗਟ ਕੀਤੇ ਹਨ ਜੀਵਨ ਦੀ, ਦੋ ਪੋਸੀਬਿਲਿਟੀਜ਼ ਹਨ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ, ਇਹ ਕ੍ਰੀਏਸ਼ਨ ਜੋ ਸਾਡੇ ਆਲੇ ਦੁਆਲੇ ਜੀਵਨ ਹੈ। ਦਿਵਸ ਰਾਤ ਦੋਈ ਦਾਈ ਦਾਇਆ, ਖੇਲੇ ਸਗਲ ਜਗਤ, ਇਹ ਸਮਾਂ ਹੋ ਗਿਆ, ਦਿਨ ਔਰ ਰਾਤ, ਚੰਗਿਆਈਆਂ ਬੁਰਿਆਈਆਂ, ਇਹ ਸਾਡਾ ਰਿਜ਼ਲਟ ਹੈ ਮਨ ਦਾ, ਕਿ ਕਦੇ ਮਨ ਚੰਗਾ ਬਣਦਾ ਹੈ, ਕਦੇ ਮਾੜਾ ਬਣ ਜਾਂਦਾ ਹੈ, ਕਦੇ ਇਹ ਸੰਤ ਬਣ ਜਾਂਦਾ ਹੈ, ਕਦੇ ਡਰਾਵਨਾ ਪੁਰਖ ਬਣ ਜਾਂਦਾ ਹੈ। ਇਹ ਮਨ ਹੈ, ਇਹ ਜੰਜਾਲ ਹੈ ਮਹਾਰਾਜ, ਇਹ ਸਾਡਾ ਸਾਰਿਆਂ ਦਾ ਜੰਜਾਲ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਜਦੋਂ ਅਸੀਂ ਚੰਗਾ ਜਾਂ ਮਾੜਾ ਕਰਾਂਗੇ, ਵਾਚੇ ਧਰਮ ਹਦੂਰ, ਇਹ ਧਰਮ ਦੇ ਵਿੱਚ ਕਸੌਟੀ ਵਿੱਚ ਦੇਖਿਆ ਜਾਏਗਾ। ਧਰਮ ਸਾਡੇ ਅੰਦਰ ਦੀ ਹੋਂਦ ਹੈ, ਸਾਡੇ ਰੂਲਸ ਹਨ ਲਾਈਫ ਦੇ, ਸਾਡੀ ਡਿਊਟੀਜ਼ ਹਨ ਜੀਵਨ ਦੀਆਂ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਇਹ ਸਾਡੀ ਸਾਰਿਆਂ ਦੀ ਕਰਮੀ ਹੈ, ਆਪਣੇ ਆਪਣੀ ਕਰਮ ਹਨ। ਕਿਸੇ ਨੂੰ ਨੇੜੇ ਦਿਖਦਾ ਹੈ, ਕਿਸੇ ਨੂੰ ਦੂਰ ਦਿਖਦਾ ਹੈ, ਕਿਸੇ ਦਾ ਕਰਮ ਉਸ ਨੂੰ ਨੇੜੇ ਲੈ ਜਾਂਦਾ, ਕਿਸੇ ਨੂੰ ਦੂਰ ਲੈ ਜਾਂਦਾ ਹੈ, ਕਿਸੇ ਨੂੰ ਰਿਜ਼ਲਟ ਉਹਦਾ ਨਾਲ ਨਾਲ ਮਿਲ ਜਾਂਦਾ ਹੈ, ਕਿਸੇ ਨੂੰ ਦੇਰ ਬਾਅਦ ਮਿਲਦਾ ਹੈ। ਕਰਮਾਂ ਦਾ ਭੋਗ ਸਾਰਿਆਂ ਨੇ ਭੋਗਣਾ ਹੈ। ਇਹ ਤਾਂ ਇੱਕ ਐਸਪੈਕਟ ਹੈ ਜੀਵਨ ਦਾ, ਇਹ ਕਰਮ ਦੀ ਥਿਊਰੀ ਹੈ ਜਿਸ ਨੂੰ ਸਾਰੀ ਦੁਨੀਆ ਜਾਣਦੀ ਵੀ ਕਰਮ ਤਾਂ ਅਸੀਂ ਭੋਗਣੇ ਹਨ। ਪਰ ਜਿਹੜਾ ਦੂਸਰਾ ਐਸਪੈਕਟ ਹੈ ਜੀਵਨ ਦਾ, ਉਹ ਜ਼ਿਆਦਾ ਰੈਲੇਵੈਂਟ ਹੈ। ਕਰਮ ਨੂੰ ਭੋਗਦੇ ਹੋਏ ਕਰਮ ਤੋਂ ਆਜ਼ਾਦੀ ਕਿਵੇਂ ਮਿਲ ਸਕਦੀ ਹੈ? ਕੋਈ ਉਹਦਾ ਰਸਤਾ ਹੈ? ਮਹਾਰਾਜ ਕਹਿੰਦੇ ਜਿੰਨੀ ਨਾਮ ਤੇ ਆਇਆ, ਇਹਨਾਂ ਦਾ ਗੇਅਰ ਜੀਵਨ ਦਾ ਜਿਹੜਾ ਫਲੋ ਹੈ, ਇਹਨਾਂ ਲੋਕਾਂ ਦੀ ਕੁਝ ਹੋਰ ਹੈ। ਇਹਨਾਂ ਲਈ ਮੌਤ ਵੀ ਰੈਲੇਵੈਂਟ ਨਹੀਂ ਹੈ, ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਜਨਮ ਨਹੀਂ ਲੈਣਗੇ। ਇਹ ਲੋਕ ਆਜ਼ਾਦ ਹਨ। ਕੌਣ ਹਨ? ਜਿੰਨੇ ਨਾਮ ਤੇ ਆਇਆ, ਗਏ ਮੁਸ਼ੱਕਤ ਕਾਲ। ਇਹਨਾਂ ਨੇ ਅਸਲ ਮਿਹਨਤ ਕੀਤੀ ਹੈ। ਫੈਕਟਰੀਆਂ ਬਣਾਉਣ ਵਾਲੇ ਨੇ ਮਿਹਨਤ ਕੀਤੀ ਹੋਏਗੀ, ਪਰ ਉਹ ਫੈਕਟਰੀਆਂ ਰੈਲੇਵੈਂਟ ਨਹੀਂ ਹਨ ਮਨ ਦੇ, ਆਤਮਾ ਦੇ ਐਕਸਪੀਰੀਅੰਸ ਵਿੱਚ। ਉਹ ਕਰਮਾਂ ਦਾ ਹੀ ਖੇਡ ਚੱਲਦਾ ਪਿਆ ਹੈ। ਕਿਸੇ ਨੂੰ ਭਿਖਾਰੀ ਬਣਾ ਦੇਗੀ, ਕਿਸੇ ਨੂੰ ਰਾਜਾ ਬਣਾ ਦੇਗੀ। ਤਾਂ ਮਹਾਰਾਜ ਕਹਿੰਦੇ ਕਿ ਘਾਹ ਕਟਾ ਦੇਗਾ ਉਸ ਨੂੰ ਜਿਹੜਾ ਰਾਜਾ ਹੈ। ਉਹਦੇ ਕਰਮਾਂ ਦੇ ਖੇਡ ਹੈ। ਤਾਂ ਇਹ ਤਾਂ ਕਰਮ ਦੀ ਥਿਊਰੀ ਹੈ। ਜਿੰਨੀ ਨਾਮ ਤੇ ਆਇਆ, ਗਏ ਮੁਸ਼ੱਕਤ ਕਾਲ। ਜਿਸ ਨੇ ਨਾਮ ਤੇ ਆਇਆ ਔਰ ਉਹਦੇ 'ਚ ਮਿਹਨਤ ਕੀਤੀ, ਮੁਸ਼ੱਕਤ ਕੀਤੀ, ਉਹਨਾਂ ਨੇ ਜੀਵਨ ਨੂੰ ਜਾਣਿਆ ਹੈ। ਨਾਨਕ ਤੇ ਮੁਖ ਉਜਲੇ। ਮੁਖ ਉਜਲੇ ਤਾਂ ਅੱਗੇ ਮਤਲਬ ਹੈ ਕਿ ਉਹ ਸਕਸੈਸ ਸਟੋਰੀਜ਼ ਹਨ ਲਾਈਫ ਦੀਆਂ। ਉਹ ਲਾਈਫ ਦੀ ਰਿਐਲਿਟੀ ਨੂੰ ਜਾਣਦੇ ਹਨ। ਉਹ ਹਨ ਜਿਨ੍ਹਾਂ ਨੇ ਜੀਵਨ ਨੂੰ ਪੂਰੀ ਤਰ੍ਹਾਂ ਜਾਣਿਆ ਹੈ, ਦੇਖਿਆ ਹੈ, ਜੀਆ ਹੈ। ਉਹ ਆਜ਼ਾਦ ਹਨ, ਛੁੱਟ ਗਏ ਹਨ, ਔਰ ਆਪ ਛੁੱਟਣ ਨਾਲ ਆਪਣੇ ਆਲੇ ਦੁਆਲੇ ਨੂੰ ਵੀ ਛੁਟਾ ਦਿੰਦੇ ਹਨ, ਕੀਤੀ ਛੁੱਟੀ ਨਾਲ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੀਵਨ ਵਿੱਚ ਕਰਮ ਤਾਂ ਅਸੀਂ ਸਾਰੇ ਭੋਗਦੇ ਹਾਂ, ਪਰ ਨਾਮ ਸਾਡੇ 'ਚੋਂ ਥੋੜ੍ਹੇ ਪ੍ਰਾਪਤ ਕਰਦੇ ਹਨ। ਤਾਂ ਕਰਮਾਂ ਦੇ ਵਿੱਚ ਜੰਜਾਲ ਹੈ ਮਹਾਰਾਜ। ਅਸੀਂ ਸਾਰੇ ਉਸ ਜੰਜਾਲ 'ਚ ਕਿਸੇ ਨਾ ਕਿਸੇ ਰੂਪ ਵਿੱਚ ਫਸੇ ਹਾਂ। ਕੋਈ ਦੁਖੀ ਹੈ, ਕੋਈ ਸੁਖੀ ਹੈ।
ਜੋ ਵੀ ਹੈ ਉਹ ਕਰਮਾਂ ਦੀ ਭੇਟ ਹੈ ਸਾਨੂੰ। महाराज कहते हैं, इस करते को क्यों गह राख्यो, अफुरियो तुलिया ना जाई। ये जिहड़ा करता है, जिहड़ा सारा कुछ क्रिएट कर चुकिया है, महाराज सब कुछ उन्हें बनाया है। करन वाला सब वो है, भावें उहदी डायरैक्ट इंटरवेंशन ना होए, सब उसकी एनर्जी तो है, इस करके उहदे रूप विच है। इत्थे फ्री विल का क्वेश्चन भी उठता है कि फ्री विल की है। महाराज कहते करन वाला सब वो है। इनडायरैक्टली डायरैक्टली उहदी छाप है हर जगह दे विच। ਇਹ ਜਿਹੜਾ ਕਰਤਾ ਹੈ ਇਹਨੂੰ ਕਿੱਥੇ ਲੱਭਾਂਗੇ? ਆਪਣੇ ਮਨ ਵਿੱਚ ਕਿੱਥੇ ਮੇਰੇ ਮਿਲੇਗਾ ਉਹ? ਔਰ ਜਦੋਂ ਉਹਦੀ ਵਿਚਾਰ ਕਰਦੇ ਹਾਂ ਤੇ ਅਫੁਰ ਲੱਗਦਾ ਹੈ, ਫੜਿਆ ਨਹੀਂ ਜਾ ਸਕਦਾ, ਜਿਹਦੇ ਕਾਬੂ ਨਹੀਂ ਆ ਸਕਦਾ, ਜੋ ਸਾਡੇ ਹੱਥ ਵਿੱਚ ਹੈ ਨਹੀਂ। ਤੋਲਿਆ ਨਾ ਜਾਏ, ਜੋ ਤੋਲਿਆ ਨਹੀਂ ਜਾ ਸਕਦਾ, यानी कि कोई नाप ਵਿੱਚ नहीं है। दरअसल जो कुछ नाप ਵਿੱਚ है वो माया है। What can be measured will be destroyed in time। ਜਾਣਨਾ ਇਸ ਗੱਲ ਨੂੰ ਮਹਾਰਾਜ। ਇਹ ਡਾਈਕੋਟਮੀ ਜੀਵਨ ਦੀ ਹੈ, ਜਿਸ ਨੂੰ ਅਸੀਂ ਠੋਸ ਸਮਝਦੇ ਹਾਂ, ਉਹ ਸਭ ਨਾਸ਼ਵਾਨ ਹੈ। ਉਹ ਸਭ ਇੱਕ ਦਿਨ ਨਾਸ ਹੋਏਗਾ, ਭਾਵੇਂ ਉਹ ਕਿੰਨਾ ਵੱਡਾ ਹੈ, कितना वास्ट है, कितना ग्रेट है, वो सब मूवमेंट विच है। जो उत्ते है वो थल्ले आएगा, जो थल्ले है ऊपर जाएगा। गुरु नानक साहब जी जदों पीर दस्तगीर नाल डायलॉग हुई तो उन्हें महाराज नूं 3 प्रश्न पूछे सन। रब तो पहलां की सी, रब कित्थे रहिंदा है और रब की करदा है। विचार लंबी हो जाएगी, मैं तीजी गल ते आना कि रब करदा की है। महाराज जदों तीसरे प्रश्न ते आए, उन्होंने कहा कि आप मेरे तो प्रश्न पुछदे हो, आप उच्चे उत्ते बैठे हो, मैं थल्ले हाँ। असूलन पुछण वाला थल्ले हुंदा है, तां हुण मैनूं अपनी गद्दी दिओ, तुसीं थल्ले आओ। उन्हें पहले 2 प्रश्न जान लिया सी कि जिस नाल मैं वार्तालाप करदा हाँ, यह इंसान चुम्मा पैर मूँह, यह जन दे पैर चुम्मण वाले बनते हैं। उन्हें जान लिया कि कौन है। महाराज ने उन्हें गद्दी दिती, महाराज उपर बैठे। महाराज कहते हुण दुनिया समझ लै, निरंकार यही करता है, जिहड़ा उपर बैठता है उन्होंने थल्ले ले आंदा है, जिहड़ा थल्ले हुंदा उन्होंने उपर ले जाता है। यानी चेंज है जीवन विच कॉन्सटेंट। जो अज राजा है कल रंक बनेगा, जो अज रंक है कल राजा बनेगा। ਇਹਦੇ ਵਿੱਚ कोई 2 भेद नहीं हैं, सब सिकलिकल है। तो महाराज कहते हैं कि फिर ना तो है तोलिया जा सक रहा है, ना इनू फड़िया जाता, तो इनू किवें जानिया जाएगा कि निरंकार कौन है? किवें जानिया जाएगा महाराज? गुरु कहता माया के दीवाने प्राणी झूठ ठगोरी पाई। माया के दीवाने तुम अर्थ की बनता है महाराज? जदों असी जीवन विच सिर्फ उसनों सत जानते हाँ जो चेंज विच है, या असी सिर्फ होमे दे जीवन नूं जानिया है, या असी स्थिरता तो इलावा कुछ नहीं जानिया, इनस्टेबिलिटी ही जानी है बस। माया दे दीवाने असी इहदे विच ही लभदे हाँ कि कुछ सानू इस जीवन चो कुछ लभना है। तो मैं जदों भी जीवन विच कुछ करदा हाँ तो उहदे पिछे मेरी थॉट की है? एक तो मेरी थॉट है कि मैनू सुख चाहिदा है और सदा लई चाहिदा है। तो मेरा हर कर्म इस एनर्जी, इस थॉट तो ड्राइव होंदा है। वो कॉम्पलीकेशनस जिहड़ी जंजाल ईगो तो बनदियां उह बात दीयां गल्लां हन, पर मेरी साडी सारियां दी सर्च होमे विच सुख दी है। असी सारे सुख लभदे हाँ और सदा लई लभदे हाँ, क्योंकि अगर सुख
ਦੁੱਖ ਬਣਦਾ ਹੈ ਤਾਂ ਅਸੀਂ ਦੁਖੀ ਹੁੰਦੇ ਹਾਂ। ਫਿਰ ਮੇਰੇ ਕੋਲ ਕੋਈ ਵਸਤੂ ਨਹੀਂ ਸੀ, ਮਿਲ ਗਈ, ਫਿਰ ਅਗਰ ਉਹ ਖਰਾਬ ਹੋ ਗਈ ਫਿਰ ਮੈਂ ਉਸ ਤੋਂ ਦੁਖੀ ਹੁੰਦਾ ਹਾਂ। ਕਿਸੇ ਨੂੰ ਬਹੁਤ ਹੀ ਵਧੀਆ ਟੀਵੀ ਚਾਹੀਦੀ ਹੈ, ਉਹਨੂੰ ਮਿਲ ਗਈ, ਫਿਰ ਅਗਰ ਉਹ ਖਰਾਬ ਹੋ ਗਈ ਫਿਰ ਉਹ ਰੋਏਗਾ, ਉਹ ਤਾਂ ਦੁਖੀ ਹੋਏਗਾ। ਤਾਂ ਹਰ ਸੁੱਖ ਦੇ ਨਾਲ ਦੁੱਖ ਰਿਲੇਟਡ ਹੈ। ਇਹ ਗੱਲ ਅਸੀਂ ਵਿਚਾਰੀ ਹੈ। ਉਹ ਬਹੁਤ ਪਿਆਰਾ ਡਾਇਲੋਗ ਹੈ ਸੋਕਰਟੀਜ਼ ਦਾ, 35 BC ਦਾ ਫੇਡਸ, ਜਿਹਦੇ ਵਿੱਚ ਬਹੁਤ ਪਿਆਰੀ ਤਰ੍ਹਾਂ ਨਾਲ ਸਮਝਾਇਆ ਹੈ ਉਸਨੇ। ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਜਨ ਬੋਲਦਾ ਆਪਣੇ ਮਿੱਤਰ ਨੂੰ ਕਿ ਕਿਵੇਂ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਇਨਸਾਨ ਹਨ ਜਿਨ੍ਹਾਂ ਨੂੰ ਜੀਵਨ ਦੇ ਸੱਤ ਨੂੰ ਜਾਣਿਆ ਹੈ। ਉਹਨੂੰ ਸਮਝਾਉਂਦਾ ਹੈ ਰਾਤ ਨੂੰ, ਕੱਲ ਸਵੇਰੇ ਉਸਨੇ ਜ਼ਹਿਰ ਲੈਣਾ ਹੈ, ਡਰਦਾ ਉਹਦਾ ਦੋਸਤ ਪਿਆ ਹੈ। ਕ੍ਰੇਟੋ ਨਾਮ ਹੈ ਉਹਦੇ ਦੋਸਤ ਦਾ, ਤੇ ਆਪਣੇ ਮਿੱਤਰ ਨੂੰ, ਕ੍ਰੇਟੋ ਨੂੰ ਕਹਿੰਦਾ ਹੈ ਕਿ ਮੈਂ ਸੁੱਤਾ ਸੀ ਤਾਂ ਮੈਨੂੰ ਜ਼ੂਇਸ ਦੀ ਸੁਪਨਾ ਆਇਆ। ਉਹ ਕਹਿੰਦੀ ਹੈ ਕਿ ਮੈਂ ਨਦੀ ਦੇ ਪਾਰ ਉਡੀਕ ਰਹੀ ਹਾਂ, ਤੂੰ ਜਿਸ ਦਿਨ ਜਿਸ ਘੜੀ ਆਏਗਾ। ਨਦੀ ਦਾ ਮਤਲਬ ਜੀਵਨ ਦੇ ਪਾਰ, ਮੌਤ ਦੇ ਪਾਰ। ਫਿਰ ਉਹ ਐਕਸਪਲੇਨ ਕਰਦਾ ਹੈ ਕਿ ਜੀਵਨ ਕੀ ਹੈ। ਬਹੁਤ ਲੰਬਾ ਡਾਇਲੋਗ, ਕੁਝ ਪੇਜ ਵਿੱਚ ਹੈ, ਬਟ ਬਹੁਤ ਪਿਆਰਾ ਡਾਇਲੋਗ ਹੈ। ਸਮਝਣ ਦੀ ਲੋੜ ਹੈ ਕਿ ਜੀਵਨ ਅਸੀਂ ਦਵੈਤ ਵਿੱਚ ਜਾਣਦੇ ਹਾਂ, ਸੱਤ ਨਹੀਂ ਜਾਣਦੇ ਹਾਂ। ਰਿਲੇਟਿਵ ਜੀਵਨ ਜਾਣਦੇ ਹਾਂ, ਸਿਰਫ ਕੰਪਲੀਟ ਜੀਵਨ ਨਹੀਂ ਜਾਣਦੇ ਹਾਂ। ਤਾਂ ਅਸੀਂ ਫਿਰ ਦੁਖੀ ਹਾਂ। ਕੰਪਲੀਟ ਜੀਵਨ ਆਨੰਦ ਹੈ, ਜਿੱਥੇ ਕੰਪਲੀਟਨੈਸ ਹੈ, ਜਿੱਥੇ ਮਨ ਤ੍ਰਿਪਤ ਹੈ, ਜਿੱਥੇ ਮਨ ਹੁਣ ਕੋਈ ਸਰਚ ਨਹੀਂ ਕਰਦਾ, ਜੋ ਉਹਨੂੰ ਲੋੜ ਹੈ ਉਹਨੂੰ ਮਿਲ ਗਿਆ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਏ ਜੀਓ। ਮਹਾਰਾਜ ਨੇ ਸਾਨੂੰ ਫਿਰ ਸਮਝਾਇਆ ਕਿ ਇਹ ਜਿਹੜੀ ਵਸਤੂ ਹੈ, ਜਿਹੜੀ ਤੋਲੀ ਨਹੀਂ ਜਾ ਸਕਦੀ, ਫੜੀ ਨਹੀਂ ਜਾ ਸਕਦੀ, ਇਹਨੂੰ ਕਿਵੇਂ, ਇਹਦਾ ਐਕਸਪੀਰੀਅੰਸ ਕਿਵੇਂ ਹੋਏਗਾ ਮੈਨੂੰ। ਤਾਂ ਉਸ ਡਾਇਲੋਗ ਤੋਂ ਕਿਉਂ ਲੈਂਦਾ ਹਾਂ ਮੈਂ। ਉਹਦੇ ਵਿੱਚ ਸੋਕਰਟੀਜ਼ ਕ੍ਰੇਟੋ ਨੂੰ ਕਹਿੰਦਾ ਹੈ ਕਿ ਮੈਂ ਮੌਤ ਤੋਂ ਡਰਦਾ ਨਹੀਂ ਹਾਂ, ਔਰ ਮੈਂ ਰਾਤ ਦੇ ਹਨੇਰੇ ਵਿੱਚ ਭੱਜ ਕੇ ਆਪਣੀ ਮੌਤ ਤੋਂ ਆਪਣਾ ਮੂੰਹ ਕਾਲਾ ਕਰਕੇ ਨਹੀਂ ਭੱਜਾਂਗਾ। ਕਿਉਂ ਨਹੀਂ ਡਰਦਾ ਹਾਂ, ਉਹਨੂੰ ਦੱਸਿਆ ਹੈ। ਦਰਅਸਲ ਇਹ ਹੈ ਭੇਦ ਜੀਵਨ ਦਾ, ਕਿ ਜਿਨ੍ਹਾਂ ਨੇ ਜੀਵਨ ਨੂੰ ਪੂਰੀ ਤਰ੍ਹਾਂ ਜਾਣ ਲਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਪਿਆਰਾ ਮਿਲਣ ਹੈ। ਪਟਿਆਲੇ ਦੇ ਨੇੜੇ ਇੱਕ ਗੁਰਦੁਆਰਾ ਹੈ, ਉੱਥੇ ਬਹਾਦੁਰਗੜ੍ਹ ਸ਼ਾਇਦ ਜਗ੍ਹਾ ਦਾ ਨਾਮ ਹੈ। ਉੱਥੇ ਇੱਕ ਪੀਰ ਰਹਿੰਦੇ ਸਨ। ਮਹਾਰਾਜ ਨਾਲ ਰਾਤ ਰੁਕੇ ਤਾਂ ਉਸ ਡਾਇਲੋਗ ਹੋਇਆ ਇੱਕ। ਉਹਨਾਂ ਨੇ ਪੁੱਛਿਆ ਹਜ਼ੂਰ ਨੂੰ ਕਿ ਆਪ ਕਿਉਂ ਜਾਂਦੇ ਹੋ, ਆਪ ਨੂੰ ਪਤਾ ਹੈ ਉੱਥੇ ਕੀ ਹੋਣ ਲੱਗਾ ਹੈ। ਮਹਾਰਾਜ ਨੇ ਕਿਹਾ ਕਿ ਇਹ ਜਿਹੜਾ ਮੇਰਾ ਸਰੀਰ ਹੈ, ਅਗਰ ਇਹਦੇ ਕਰਮ ਕੱਟਣ ਵਿੱਚ ਕਾਮਯਾਬ ਹੋ ਗਿਆ ਤਾਂ ਬੜੇ ਲੋਕਾਂ ਦਾ ਭਲਾ ਹੋ ਜਾਣਾ ਹੈ। ਇਸ ਸਰੀਰ ਨੂੰ ਮੈਂ ਇਹਦੇ ਸਿਰ ਤੇ ਫੋੜ ਦੇਣਾ ਹੈ। ਇਹਨੂੰ ਜਾਣਨਾ ਕੀ ਹੈ। ਮਹਾਰਾਜ ਦਾ ਪਰਿਵਾਰ ਹੈ, ਬੱਚੇ ਹਨ, ਸਭ ਕੁਝ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜੀਵਨ ਦੀ ਕੰਪਲੀਟਨੈਸ ਨੂੰ ਦੱਸਦਾ ਹੈ ਕਿ ਜੀਵਨ ਜਦੋਂ ਸਦਾ ਦੇ ਵਿਜਨ ਵਿੱਚ ਜਾਂਦਾ ਹੈ ਤਾਂ ਜੀਵਨ ਵਿੱਚ ਰਹਿ ਕੇ ਜਾਂਦਾ ਹੈ। ਦਰਅਸਲ ਜੀਵਨ ਜੀਂਦਾ ਹੀ ਉਹ ਕੰਪਲੀਟਲੀ ਹੈ ਜਦੋਂ ਸਦਾ ਦਾ ਜੀਵਨ ਜਿਸਨੇ ਜਾਣਿਆ ਹੈ। ਬਾਕੀ ਅਸੀਂ ਤੁਸੀਂ ਸਭ ਅਧੂਰੇ ਹਾਂ। ਸਾਡੀ ਸਾਰੀ ਰਿਲੇਸ਼ਨਸ਼ਿਪਸ ਅਧੂਰੇ ਹਨ, ਸਾਡੇ ਕਰਮ ਅਧੂਰੇ ਹਨ, ਸਾਡੇ ਐਫਰਟਸ ਅਧੂਰੇ ਹਨ, ਕਿਉਂਕਿ ਉਹ ਟਾਈਮ ਦੇ ਉਸ ਵਿਊ ਵਿੱਚ ਹਨ ਜਿਹੜਾ ਚੇਂਜ ਹੋ ਕੇ ਉਹਨੂੰ ਖਤਮ ਕਰ ਦੇਗਾ। ਉਹ ਸਦਾ ਲਈ ਨਹੀਂ ਰਹਿ ਸਕਦਾ। ਲਕੀਰ ਤਾਂ ਉਹ ਸਦਾ ਲਈ ਹੈ ਜਿਹੜੀ ਸੰਤ ਦੀ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਧੰਨ ਹੋ ਮਹਾਰਾਜ, ਕਿਸ ਤੇ ਕਿਰਪਾ ਕਰ ਦੇਣ ਹਜ਼ੂਰ, ਚਰਨਾਂ ਨਾਲ ਅਗਰ ਜੋੜ ਲੈਣ। ਸੱਤ ਅਗਰ ਜੀਵਨ ਵਿੱਚ ਕੁਝ ਹੈ ਤਾਂ ਇਹਨਾਂ ਦੇ ਚਰਨਾਂ 'ਚ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੱਤ ਹੈ।
ਜੀਵਨ ਦਾ। ਪਰ ਮਹਾਰਾਜ ਹਰ ਕਿਣਕੇ ਵਿੱਚ ਬਿਰਾਜਮਾਨ ਹਨ, ਕਿਧਰੇ ਨਹੀਂ ਗਏ ਹਨ। ਉਹਨਾਂ ਦੇ ਇਸ ਚਰਨਾਂ ਦਾ ਐਕਸਪੀਰੀਅੰਸ ਅਸੀਂ ਅਗਰ ਗੇਨ ਕਰ ਲਿਆ ਇਸ ਲਾਈਫ ਵਿੱਚ, ਮੈਂ ਸਮਝਦਾ ਹਾਂ ਫਿਰ ਉਹ ਕਿਰਪਾ ਦੀ ਨਿਸ਼ਾਨੀ ਹੈ। ਫਿਰ ਮਹਾਰਾਜ ਸਾਰੇ ਭੇਦ ਖੋਲ੍ਹਦੇ ਹਨ। ਫਿਰ ਉੱਥੇ ਇਹੀ ਅਰਦਾਸ ਨਾਲ ਅਸੀਂ ਨਿਤ ਅਭਿਆਸ ਕਰਦੇ ਹਾਂ ਜਾਂ ਫਿਰ ਵਿਚਾਰ ਕਰਦੇ ਹਾਂ। ਪੁਰਾਤਨ ਸਿੱਖਾਂ ਦੀ ਦੋ ਰੀਤ ਸੀਗੀਆਂ ਜਿਹਦੇ ਨੇ ਮਨ ਨੂੰ ਬੰਨ ਲਿਆ ਸੀ ਜਿਸ ਵਿਧੀ ਨਾਲ, ਇੱਕ ਕੀਰਤਨ, ਇੱਕ ਕਥਾ। ਇਹ ਦੋ ਹਨ ਜਿਹੜੇ ਨਾਲ ਨਾਲ ਚੱਲਦੇ ਹਨ। ਇਹ ਮਨ ਨੂੰ ਬੰਨ੍ਹਣਾ ਹੈ, ਇਹ ਈਗੋ ਮਾਈਂਡ ਨੂੰ ਗਿਆਨ ਵਿੱਚ ਲਿਜਾਣਾ ਹੈ, ਅਤੇ ਇਹਨੂੰ ਕਥਾ ਔਰ ਕੀਰਤਨ ਦੋਨਾਂ ਦੇ ਰਾਹੀਂ ਬੰਨ੍ਹਣਾ ਹੈ। ਅਸੀਂ ਦੋਨਾਂ ਤੋਂ ਟੁੱਟੇ ਹੋਏ ਹਾਂ। ਕੀਰਤਨ ਵੀ ਅਸੀਂ ਉਹੀ ਲੱਭਦੇ ਹਾਂ ਜਿਹਦੇ ਵਿੱਚ ਗਾਣ ਵਾਲਾ ਨਿਪੁੰਨ ਹੈ, ਸ਼ਬਦ ਦਾ ਧਿਆਨ ਨਹੀਂ ਕਰਦੇ। ਸ਼ਬਦ ਵਿੱਚ ਕੀ ਕਿਹਾ ਜਾ ਰਿਹਾ ਹੈ ਉਹਦਾ ਧਿਆਨ ਨਹੀਂ ਕਰਦੇ ਅਸੀਂ। ਕਥਾ ਤਾਂ ਅਸੀਂ ਕਰਦੇ ਹੀ ਨਹੀਂ ਹਾਂ। ਹੁਣ ਪੁਰਾਤਨ ਸਿੰਘਾਂ ਦੀ ਸ਼ਾਮ ਨੂੰ ਕਥਾ ਹੁੰਦੀ ਸੀ ਗੁਰਦੁਆਰੇ ਵਿੱਚ, ਔਰ ਕਥਾ ਕਰਨ ਵਾਲੇ ਨਿਪੁੰਨ ਲੋਕ ਸਨ ਜਿਹੜੇ ਜੀਵਨ ਦੀ ਗੱਲ ਖੋਲ੍ਹਦੇ ਸਨ, ਭੇਦ ਖੋਲ੍ਹਦੇ ਸਨ। ਇਹ ਦੋਨਾਂ ਤੋਂ ਟੁੱਟ ਗਏ ਹਾਂ ਅਸੀਂ। ਇਹਨੂੰ ਰੀਵਾਈਟਲਾਈਜ਼ ਕਰਨ ਦੀ ਲੋੜ ਹੈ ਮਹਾਰਾਜ। ਪਹਿਲਾਂ ਤਾਂ ਮੈਂ ਇੱਕ ਗੱਲ ਨੂੰ ਸਮਝ ਲਵਾਂ ਕਿ ਮੈਂ ਸਿੱਖ ਹਾਂ, ਤਾਂ ਮੈਂ ਸਿੱਖੀ ਦਾ ਜੀਵਨ ਵਿੱਚ ਕੀ ਲੱਭ ਰਿਹਾ ਹਾਂ। ਵਾਈ ਆਈ ਐਮ ਸਿੱਖ। ਇਹ ਪ੍ਰਸ਼ਨ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਕਾਹਦੇ ਲਈ ਸਿੱਖ ਬਣੇ ਹਾਂ? ਗੁਰੂ ਨਾਨਕ ਦੇ ਸਿੱਖ ਹੋਣ ਦਾ ਮਤਲਬ ਕੀ ਹੈ? ਗੁਰੂ ਤਾਂ ਬੜੀ ਸਿੱਧੀ ਮਾਰਦਾ ਹੈ, ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਚਖਣਾ ਚਾਕ। ਉਹ ਤਾਂ ਕਹਿੰਦਾ ਸਿਰਫ ਇੱਕ ਗੱਲ ਜ਼ਰੂਰੀ ਹੈ, ਬਾਕੀ ਹਉਮੈ ਦੀ ਖੇਡ ਹੈ, ਉਹਦੇ ਵਿੱਚ ਕੁਛ ਨਹੀਂ ਰੱਖਿਆ ਹੈ। ਮਹਾਰਾਜ ਕਹਿੰਦੇ ਹਨ ਕਿ ਉਹ ਨਾ ਜਿਹੜੇ ਮਾਇਆ ਦੇ ਦੀਵਾਨੇ ਹਨ ਪ੍ਰਾਣੀ, ਜਿਹੜੇ ਸਿਰਫ ਉਸ ਵਸਤੂ ਦੇ ਦੀਵਾਨੇ ਹਨ ਜਿਹੜੀ ਚੇਂਜਿੰਗ ਹੈ। ਮਾਇਆ ਦਾ ਇੱਕ ਬਹੁਤ, ਆਨੰਦ ਸਾਹਿਬ ਦੇ ਵਿੱਚ ਇੱਕ ਬਹੁਤ ਪਿਆਰੀ ਪੌੜੀ ਸੀ ਮਾਇਆ ਬਾਰੇ। ਉਹਨੂੰ ਥੋੜ੍ਹਾ ਵਿਚਾਰ ਕੇ ਸਮਝਦੇ ਹਾਂ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਤੋਂ ਕੀ ਦੱਸਦੇ ਹਨ, ਮਾਇਆ ਦੇ ਬਾਰੇ ਕੀ ਗਿਆਨ ਪ੍ਰਾਪਤ ਕਰਦੇ ਹਨ, ਕੀ ਗਿਆਨ ਦਿੰਦੇ ਹਨ ਸਾਨੂੰ। ਦੋ ਚੀਜ਼ਾਂ ਸਾਨੂੰ ਸਮਝਣੀ ਹੈ ਕਿ ਜੀਵਨ ਵਿੱਚ ਇੱਕ ਮਿਰਗ ਤ੍ਰਿਸ਼ਨਾ ਹੈ, ਮਿਰਗ ਤ੍ਰਿਸ਼ਨਾ ਮਿਰਾਜ, ਔਰ ਇੱਕ ਕਸਤੂਰੀ ਕੁੰਡਲ ਵਸੇ, ਇੱਕ ਮਸਕ ਡੀਅਰ ਵਾਲੀ ਗੱਲ ਹੈ। ਦੋ ਕਥਾ ਮਿਰਗ ਨਾਲ ਰਿਲੇਟ ਕਰਦੀਆਂ ਹਨ ਜੀਵਨ ਦੀਆਂ, ਜਿਹਦੇ ਨਾਲ ਮੇਰਾ ਮਨ ਡਿਫਾਈਨ ਹੁੰਦਾ ਕਿ ਮੇਰੇ ਮਨ ਦਾ ਨੇਚਰ ਕੀ ਹੈ। ਉਹ ਮਿਰਾਜ ਹੀ ਲੱਭਦਾ ਹੈ, ਮਾਇਆ ਹੀ ਲੱਭ ਰਿਹਾ ਹੈ। ਜਿਵੇਂ ਇੱਕ ਰੇਗਿਸਤਾਨ ਵਿੱਚ ਮਿਰਗ, ਇੱਕ ਡੀਅਰ ਰਿਫਲੈਕਸ਼ਨ ਦੇਖਦਾ ਹੈ, ਪਾਣੀ ਦਿਖਦਾ ਉਸਨੂੰ, ਪਾਣੀ ਉੱਥੇ ਹੈ ਨਹੀਂ ਪਰ ਉਹ ਪਾਣੀ ਦਿਖਦਾ ਹੈ ਉਸਨੂੰ। ਇਵੇਂ ਮੇਰਾ ਮਨ ਹੈ, ਇਹ ਜਿਹੜਾ ਸੁੱਖ ਮੈਂ ਲੱਭ ਰਿਹਾ ਹਾਂ ਇਹ ਮੈਨੂੰ ਜੀਵਨ ਦੇ ਵਿੱਚ ਦਿਖਦਾ ਪਿਆ ਕਿ ਜੀਵਨ ਵਿੱਚ ਹੈ, ਪਰ ਉਹ ਹੈ ਨਹੀਂ ਉੱਥੇ। ਤਾਂ ਇਹ ਮਿਰਗ ਤ੍ਰਿਸ਼ਨਾ ਕਿਹਾ ਹੈ। ਮਹਾਰਾਜ ਕਹਿੰਦੇ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ ਹੈ, ਦੇਖੋ ਹਿਰਦੇ ਵਿਚਾਰ। ਇਹ ਜਗ ਦੀ ਪੂਰੀ ਰਚਨਾ ਹੀ ਮਿਰਗ ਤ੍ਰਿਸ਼ਨਾ ਹੈ। ਇਹ ਭੁੰਮਣ ਭੇਰੀ ਹੈ, ਇਹਦੇ ਵਿੱਚ ਜੋ ਦਿਖ ਰਿਹਾ ਹੈ ਉਹ ਹੈ ਨਹੀਂ ਹੈ। ਕਿਵੇਂ ਹੈ? ਜੇ ਹੁਣ ਸਰੀਰ ਗਿਆ, ਹੁਣ ਇਹ ਸਭ ਖਤਮ ਹੋ ਜਾਣਾ। ਜਿਸ ਨੂੰ ਮੈਂ ਪਕੜ ਕੇ ਬੈਠਾ ਹਾਂ ਉਹ ਹੈ ਹੀ ਨਹੀਂ ਮੇਰੇ ਨਾਲ। ਜਿਤਨੇ ਮੇਰੇ ਰਿਲੇਸ਼ਨਸ਼ਿਪ ਸਨ ਹੁਣੇ ਖਤਮ ਹੋ ਜਾਣਗੇ। ਜੋ ਵੀ ਮੈਂ ਕਮਾ ਕੇ ਆਪਣੇ ਬੈਂਕਾਂ ਵਿੱਚ ਜਮ੍ਹਾਂ ਕੀਤਾ ਹੈ ਉਹਦਾ ਕੋਈ ਮੁੱਲ ਨਹੀਂ ਰਹਿ ਜਾਣਾ। ਚੈਪਟਰ ਕਲੋਜ਼ ਹੋ ਜਾਣਾ। ਕੀ ਜਾਏਗਾ ਨਾਲ? ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇਹ ਪੁੰਨਾ ਔਰ ਪਾਪਾ ਦੀ ਇੱਕ ਪੋਟਲੀ ਅਸੀਂ ਸਾਰਿਆਂ ਨੇ ਇਕੱਠੀ ਕੀਤੀ ਹੈ। ਜਿਸ ਦੀ ਪੋਟਲੀ ਜੋ ਹੈ ਉਹਦੇ ਨਾਲ ਜਾਏਗੀ, ਉਹਦੇ ਮਨ ਦੇ ਵਿੱਚ ਲਿਖਿਆ ਹੋਇਆ ਹੈ, ਉਹ ਮਨ ਨਾਲ ਜਾਏਗਾ। ਉਹ ਫਿਰ ਆਪਣਾ ਰਸਤਾ ਆਪ ਤੈਅ ਕਰੇਗਾ। ਫਿਰ ਉਸ ਕਰਮਾਂ ਦੇ ਹਿਸਾਬ ਨਾਲ ਕੀ ਜੀਵਨ ਦਾ ਬਣੇਗਾ ਉਹ ਲਿਖਿਆ ਜਾਏਗਾ। ਕੋਈ ਜ਼ੋਰ ਨਹੀਂ ਚੱਲਦਾ ਫਿਰ ਉੱਥੇ ਫਿਰ ਕੋਈ ਆਪਸ਼ਨਸ ਨਹੀਂ ਰਹਿ ਜਾਂਦੀਆਂ। ਜਿਹੜੀ ਜੀਵਨ ਦੇ ਵਿੱਚ ਆਪਸ਼ਨਸ ਹੈ, ਇੱਕ ਫਰੀ ਮਾਈਂਡ ਹੈ, ਫਰੀ ਵਿਲ ਹੈ,
ਇੱਥੇ ਮੈਂ ਕਰ ਸਕਦਾ ਹਾਂ, ਮੈਂ ਚਾਹਾਂ ਤਾਂ ਕਰ ਸਕਦਾ ਹਾਂ, ਸਰੀਰ ਜਾਣ ਤੋਂ ਬਾਅਦ ਨਹੀਂ ਕਰ ਸਕਦਾ। ਰਸਤਾ ਹੀ ਨਹੀਂ ਹੈ, ਈਗੋ ਹੀ ਨਹੀਂ ਰਹਿ ਗਈ। ਕਲੈਪਸ ਹੋ ਕੇ ਉਹ ਮਨ ਦੇ ਵਿੱਚ ਸਭ ਕੁਝ ਉਹਦੇ ਵਿੱਚ ਸਮਾ ਗਿਆ, ਪਰ ਉਹਦਾ ਇਨਸੂਲੇਸ਼ਨ ਹੈ, ਉਹਦੇ ਵਿੱਚ ਰਿਵੀਲ ਨਹੀਂ ਹੋਇਆ ਸਾਗਰ ਮੈਨੂੰ। ਮੈਂ ਬੂੰਦ ਹੀ ਬਣ ਕੇ ਰਹਿ ਗਿਆ, ਸਾਗਰ ਦੇ ਵਿੱਚ ਲੀਨ ਨਹੀਂ ਹੋ ਪਾਇਆ। ਨਾਨਕ ਹੁਕਮੀ ਆਵੋ ਜਾਓ। ਤੇ ਫਿਰ ਕਮਾਈ ਕਿੱਥੇ ਹੈ? ਸੁਣਿਆ ਮੰਨਿਆ ਮਨ ਕੀਤਾ ਪਾਓ। ਮੈਂ ਸੁਣਾਂਗਾ ਮੇਰਾ ਗੁਰੂ ਕੀ ਕਹਿੰਦਾ ਹੈ। ਗੁਰੂ ਨਾਨਕ ਸਾਹਿਬ ਰਾਹ ਤੋਂ ਨਿਕਲ ਰਹੇ ਹਨ, ਬਾਂਗ ਮਾਰਦੇ ਹਨ, ਮੈਂ ਰੁਕ ਜਾਂਦਾ ਹਾਂ। ਇਹ ਕੌਣ ਹੈ? ਜਿਵੇਂ ਗੁਰੂ ਅਮਰਦਾਸ ਮਹਾਰਾਜ ਦੀ ਜਦੋਂ ਕਥਾ ਪੜ੍ਹਦੇ ਹਾਂ ਤਾਂ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਕੋਲ ਤਾਂ ਗਏ ਜਦੋਂ ਉਹਨਾਂ ਨੇ ਆਪਣੀ ਡਾਟਰ ਇਨ ਲਾਅ ਤੋਂ ਸ਼ਬਦ ਸੁਣਿਆ। ਰਾਤ ਦੇ ਹਨੇਰੇ ਵਿੱਚ ਵਿਆਕੁਲ ਪਰੇਸ਼ਾਨ ਸਨ, ਤਾਨਾ ਮਾਰਿਆ ਸੀ ਪੰਡਤ ਨੇ ਕਿ ਤੂੰ ਨਿਗੁਰਾ ਹੈ। ਇਹ ਸ਼ਬਦ ਸੁਣਿਆ, ਗੁਰੂ ਅਮਰਦਾਸ ਮਹਾਰਾਜ ਰਿਸੈਪਟਿਵ ਸਨ। ਕੁਝ ਬਹੁਤ ਤੀਰ ਲੱਗਿਆ, ਇਤਨਾ ਜ਼ੋਰ ਦਾ ਤੀਰ ਲੱਗਿਆ ਕਿ 13 ਵਰੇ ਗਾਗਰ ਦੀ ਸੇਵਾ ਬਜ਼ੁਰਗ ਆਦਮੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਪਾਣੀ ਲਿਆਉਣਾ ਸ਼ੁਰੂ ਕਰਤਾ। 13 ਵਰੇ ਕਰਦਾ ਰਿਹਾ, ਗੁਰਿਆਈ ਮਿਲ ਗਈ। ਔਰ ਸੱਚ ਮੰਨਣਾ, ਗੋਬਿੰਦਵਾਲ ਸਾਹਿਬ ਦਾ ਜਿਹੜਾ ਸਮਾਂ ਹੈ ਉਹ ਇੱਕ ਨਿਰਾਲਾ ਹੀ ਸਮਾਂ ਹੈ। ਉੱਥੇ ਲੰਗਰ ਦੀ ਪ੍ਰਥਾ ਰੀਇਨਫੋਰਸ ਹੋਈ, ਵੈਲਿਊ ਸਿਸਟਮ ਸਿੱਖਾਂ ਦਾ ਕ੍ਰੀਏਟ ਹੋਇਆ, ਗੁਰੂ ਅਰਜਨ ਸਾਹਿਬ ਪ੍ਰਗਟ ਹੋਏ। ਉੱਥੋਂ ਗੱਲ ਦਰਬਾਰ ਸਾਹਿਬ ਦੇ ਪ੍ਰਗਟ ਹੋਣ ਦੀ ਚੱਲੀ, ਸਾਰੀ ਗੱਲ ਉੱਥੋਂ ਚੱਲ ਰਹੀ ਹੈ। ਤਾਂ ਇਸ ਤਰ੍ਹਾਂ ਇਹ ਬਜ਼ੁਰਗ ਬਾਬਾ ਗੁਰੂ ਅਮਰਦਾਸ ਆਪਣੇ ਆਪ ਵਿੱਚ ਬਹੁਤ ਸ਼ਰਧਾ ਦਾ ਪਾਤਰ ਹੈ। ਗੋਬਿੰਦਵਾਲ ਬੜਾ ਪਿਆਰਾ ਸਥਾਨ ਹੈ। 84 ਪੌੜੀਆਂ ਬਣਾਈਆਂ ਹਨ। ਰੀਤ ਹੈ ਸਿੱਖਾਂ ਦੀ 84 ਪੌੜੀ 84 ਜਪਜੀ ਪੜ੍ਹਦੇ ਹਨ। ਬਹੁਤ ਪਿਆਰੀ ਰੀਤ ਹੈ। ਹੁਣ ਅਸੀਂ ਬਹੁਤ ਅਜੀਬ ਜਿਹੇ ਪ੍ਰਸ਼ਨ ਪੁੱਛਣੇ ਸ਼ੁਰੂ ਕਰਤੇ, ਕੰਪਲੀਕੇਟ ਜਿਹਾ ਕਰਤਾ ਧਰਮ ਨੂੰ ਹੀ। ਇਹ ਪਿਆਰ ਦੀ ਖੇਡ ਹੈ। ਜੋ ਪਿਆਰ ਨਾਲ ਜਪਜੀ ਪੜ੍ਹੇਗਾ 84 ਵਾਰ, ਅੰਦਰ ਨਹੀਂ ਮਨ ਬਦਲੀ ਹੋ ਜਾਏਗਾ। ਕਿਵੇਂ ਨਹੀਂ ਹੋਏਗਾ? ਉਹਦਾ ਜਪਜੀ ਦਾ ਰੂਪ ਬਣ ਜਾਏਗਾ। 2 ਦਿਨ ਲੱਗ ਜਾਂਦੇ ਹਨ ਕਰਨ ਲਈ, ਜੇ ਕੋਈ ਕਰੇ। ਮਹਾਰਾਜ ਗੋਬਿੰਦਵਾਲ ਤੋਂ ਸਾਨੂੰ ਕੁਝ ਗੱਲ ਦੱਸਦੇ ਹਨ, ਅਸੀਂ ਉਹਦਾ ਵਿਚਾਰ ਕਰਦੇ ਹਾਂ। ਪਹਿਲੇ ਮੈਂ ਮ੍ਰਿਗ ਦੀ ਗੱਲ ਪੂਰੀ ਕਰਦੇ ਹਾਂ। ਮ੍ਰਿਗ ਤ੍ਰਿਸ਼ਨਾ ਜਿਉਂ ਝੂਠੋ ਇਹ ਜਗ, ਦੇਖ ਤਾਸ ਉੱਠ ਪਾਤਾਵੇ। ਇਹ ਝੂਠਾ ਜਗ ਹੈ, ਪਰ ਇਹਦੀ ਤ੍ਰਿਸ਼ਨਾ ਮੈਂ ਕਰਦਾ ਹਾਂ। ਇਹ ਮ੍ਰਿਗ ਤ੍ਰਿਸ਼ਨਾ ਹੈ। ਇਵੇਂ ਫਿਰ ਦੂਸਰਾ ਐਸਪੈਕਟ ਹੈ ਕਸਤੂਰੀ ਦਾ। ਕਸਤੂਰੀ ਮਸਕ ਡੀਅਰ ਹੈ। ਮਸਕ ਡੀਅਰ ਦੇ ਅੰਦਰ ਰਹਿੰਦੀ ਹੈ, ਔਰ ਉਸ ਜਦੋਂ ਡੀਅਰ ਦੇ ਵਿੱਚੋਂ ਸਮੈਲ ਆਉਂਦੀ ਹੈ ਮਸਕ ਦੀ, ਉਹ ਪਾਗਲ ਹੋ ਜਾਂਦਾ ਹੈ। ਉਹ ਮ੍ਰਿਗ ਲੱਭਦਾ ਰਹਿੰਦਾ ਹੈ ਕਿ ਕਿੱਥੋਂ ਇਹ ਖੁਸ਼ਬੂ ਆ ਰਹੀ ਹੈ, ਮੈਨੂੰ ਉਹ ਸੋਰਸ ਚਾਹੀਦਾ ਹੈ। ਉਹ ਸੋਰਸ ਉਹਨੂੰ ਲੱਭਦਾ ਨਹੀਂ, ਔਰ ਉਹਨੂੰ ਇਹ ਗਿਆਨ ਨਹੀਂ ਹੈ ਕਿ ਉਹਦੇ ਵਿੱਚ ਹੀ ਹੈ, ਔਰ ਅਖੀਰ ਉਹ ਮਰ ਜਾਂਦਾ ਲੱਭਦਾ ਲੱਭਦਾ। ਮਹਾਰਾਜ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ, ਭ੍ਰਮਤਾ ਭਰਮ ਭੁਲਾਇਆ। ਇਹ ਭਰਮ ਵਿੱਚ ਭੁੱਲ ਗਿਆ, ਇਹਨੂੰ ਜੀਵਨ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਿ ਜੀਵਨ ਦਾ ਸੋਰਸ। ਐਵੇਂ ਮੇਰੀ ਵੀ ਇਹ ਹਾਲ ਹੈ, ਮੇਰੇ ਮਨ ਦਾ ਵੀ ਇਹੀ ਹਾਲ ਹੈ ਕਿ ਮੈਂ ਲੱਭ ਰਿਹਾ ਹਾਂ ਕਿ ਜੀਵਨ ਹੈ ਕਿੱਥੇ, ਜੀਵਨ ਦਾ ਤੱਤ ਕਿੱਥੇ ਹੈ, ਜੀਵਨ ਦਾ ਸੁੱਖ ਕਿੱਥੇ ਹੈ। ਉਹ ਮਹਾਰਾਜ ਕਹਿੰਦੇ ਉਹ ਸਾਡੇ ਅੰਦਰ ਵਸਦਾ ਹੈ। ਉੱਥੇ ਤਾਂ ਗਿਆ ਨਹੀਂ ਤੂੰ, ਬਾਹਰ ਹੀ ਲੱਭਦਾ ਰਿਹਾ। ਇਹ ਭ੍ਰਮ ਮੂਵਮੈਂਟ ਇਸ ਕਰਕੇ ਸਾਨੂੰ ਗੁਰੂ ਬਾਰ-ਬਾਰ ਡਿਸੋਵੇਟ ਕਰਦਾ ਕਿ ਇਸ ਭ੍ਰਮਣ 'ਚ ਲੱਭਣਾ ਨਹੀਂ ਕੁਛ। ਇਹ ਮਨ ਨੂੰ ਥਿਰ ਕਰ, ਮਨ ਨੂੰ ਥਿਰ ਕਰੇਗਾ ਤੇ ਜਾਣ ਲਏਗਾ ਕਿ ਕੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੈਸੀ ਅਗਨ ਉਦਰ में तैसी बाहर माया। ਜੈਸੀ ਅਗਨ ਉਦਰ में, ਵੂਮ ਦੇ ਵਿੱਚ, ਮਾਤਾ ਦੇ ਗਰਭ ਦੇ ਵਿੱਚ ਜਿਹੜੀ ਅੱਗ ਹੈ, ਜਿਹੜੀ ਵਾਰਮਥ ਹੈ, ਉਹ ਬੱਚੇ ਨੂੰ ਪ੍ਰੋਟੈਕਟ ਕਰਦੀ ਹੈ।
ਉਹਦੇ ਕਰਕੇ ਜੀਵਨ ਉਤਪੰਨ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਕਿ ਜਿਵੇਂ ਉਸ ਬੱਚੇ ਨੂੰ ਅਗਨੀ ਨਰਚਰ ਕਰ ਰਹੀ ਹੈ, ਇਵੇਂ ਬਾਹਰਲੇ ਜੀਵਨ ਵਿੱਚ ਮਾਇਆ ਲਾਈਫ ਨੂੰ ਨਰਚਰ ਕਰਦੀ ਹੈ। ਅਗਰ ਮਾਇਆ ਨਹੀਂ ਹੋਏਗੀ ਤਾਂ ਜੀਵਨ ਵੀ ਨਹੀਂ ਹੋਏਗਾ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਇਹ ਕਰਤੇ ਦਾ ਖੇਲ ਹੈ। ਜਿਹੜੀ ਚੀਜ਼ ਵਿੱਚ ਮੈਂ ਨਰਚਰ ਹੋ ਰਿਹਾ ਹਾਂ ਉਹ ਅਲਟੀਮੇਟਲੀ ਮੇਰੀ ਦੀਵਾਰ ਬਣ ਜਾਂਦਾ ਹੈ, ਅਗਰ ਮੈਂ ਉਸ ਦੇ ਬਿਯੋਂਡ ਨਹੀਂ ਜਾਂਦਾ। ਮੇਰਾ ਦੋਸ਼ ਸਿਰਫ ਇਹ ਹੈ ਕਿ ਮੈਂ ਜਿਹਦੇ ਵਿੱਚ ਨਰਚਰ ਹੋਇਆ ਹਾਂ ਉਸ ਦੀ ਰਿਐਲਿਟੀ ਨੂੰ ਜਾਣੇ ਬਿਨਾਂ ਉਹਦੇ ਜੀ ਰਿਹਾ ਹਾਂ। ਉਹਦਾ ਇੱਕ ਰੈਲੇਵੈਂਸ ਹੈ, ਉਸ ਮਾਇਆ ਦੀ ਇੱਕ ਲੋੜ ਹੈ, ਇਸ ਹਉਮੈ ਦੀ ਇੱਕ ਰੋਲ ਹੈ ਮੇਰੇ ਜੀਵਨ ਦੇ ਵਿੱਚ, ਪਰ ਅਲਟੀਮੇਟਲੀ ਇਸ ਨੂੰ ਗੇਰ ਕੇ ਮੈਨੂੰ ਪ੍ਰਾਪਤ ਹੁੰਦਾ ਹੈ ਕਿ ਜੀਵਨ ਦੀ ਅਲਟੀਮੇਟ ਰਿਐਲਿਟੀ ਕੀ ਹੈ। ਇਹ ਡਾਇਕੋਟਮੀ ਹੈ। ਜਾਤ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜੇ ਉਹਦਾ ਪਾਉਂਦਾ, ਜੇ ਉਹ ਪਾਉਂਦਾ ਹੈ ਤਾਂ ਬੱਚਾ ਜੰਮਦਾ ਹੈ, ਜੇ ਉਹ ਨਾ ਭਾਵੇ ਨਹੀਂ ਜੰਮੇਗਾ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਅਸੀਂ ਜਨਮ ਲੈਂਦੇ ਹਾਂ ਤਾਂ ਸਾਡੀ ਜਿਹੜੀ ਲਿਵ ਲੱਗੀ ਹੁੰਦੀ ਹੈ ਮਾਤਾ ਦੇ ਗਰਭ ਵਿੱਚ, ਉਹ ਟੁੱਟਦੀ ਹੈ। ਕਿਉਂਕਿ ਤੁਸੀਂ ਅਗਰ ਇੱਕ ਘੜੀ ਵੀ ਸ਼ਾਂਤ ਬੈਠਦੇ ਹਾਂ ਆਪਣੇ ਕਮਰੇ ਵਿੱਚ, ਅਸੀਂ ਸ਼ਾਂਤ ਨਹੀਂ ਬੈਠ ਪਾਉਂਦੇ, ਤਾਂ 9 ਮਹੀਨੇ ਅਸੀਂ ਮਾਤਾ ਦੇ ਗਰਭ ਵਿੱਚ ਕਿਵੇਂ ਸ਼ਾਂਤ ਹੋ ਕੇ ਰਹਿੰਦੇ ਹਾਂ? ਕਿਉਂਕਿ ਲਿਵ ਲੱਗੀ ਹੁੰਦੀ ਹੈ। ਸਭ ਤੋਂ ਔਖਾ ਕੰਮ ਇਸ ਜੀਵਨ ਵਿੱਚ ਮਨ ਨੂੰ ਸੰਭਾਲਣਾ ਹੈ। ਜਦੋਂ ਸਪੇਸ ਟਾਈਮ ਦੀ ਟਰੈਵਲ ਇਨਸਾਨ ਸੋਚਦਾ ਹੈ ਕਿ ਕਈ ਸਾਲ ਟਰੈਵਲ ਕਰਕੇ ਮਾਰਸ ਜਾਣਾ ਹੈ, ਤਾਂ ਸਭ ਤੋਂ ਔਖਾ ਇਹ ਹੈ ਕਿ ਜਿਹੜੇ ਲੋਕ ਜਾਣਗੇ ਉਹ ਆਪਣੇ ਮਨ ਨੂੰ ਕਿਵੇਂ ਸੰਭਾਲਣਗੇ। ਨਹੀਂ ਤਾਂ ਆਪਣੇ ਹੀ ਬੈਰੀ ਬਣ ਜਾਣਗੇ ਇਸ ਜਰਨੀ ਦੇ ਵਿੱਚ। ਦੂਸਰੇ ਦੇ ਸਾਹਮਣੇ ਮਨ ਨੂੰ ਸੰਭਾਲਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਨੇ ਸਾਡੀ ਲਿਵ ਲੱਗੀ ਹੈ ਉਹਦੇ ਨਾਲ, ਇਸ ਕਰਕੇ ਅਸੀਂ ਨਰਚਰ ਹੁੰਦੇ ਹਾਂ, ਗਰੋ ਹੁੰਦੇ ਹਾਂ। ਉਹ ਟੁੱਟ ਜਾਂਦੀ ਹੈ, ਫਿਰ ਮਾਇਆ ਦੇ ਵਿੱਚ ਅਸੀਂ ਜਨਮ ਲੈਂਦੇ ਹਾਂ ਜੀਵਨ ਵਿੱਚ, ਤਾਂ ਅਸੀਂ ਰੋਂਦੇ ਹਾਂ। ਤਾਂ ਜਦੋਂ ਬੱਚਾ ਜੰਮਦਾ ਰੋਂਦਾ ਹੈ, ਉਹਦਾ ਧਿਆਨ ਟੁੱਟ ਗਿਆ ਹੈ ਆਪਣੇ ਸੋਰਸ ਤੋਂ। ਇਹ ਮਾਇਆ ਜਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਜਿਸ ਨੂੰ ਹਰੀ ਵਿਸਰ ਗਿਆ ਮਹਾਰਾਜ, ਉਹਦੇ ਜੀਵਨ ਵਿੱਚ ਦੂਜੇ ਦਾ ਭਾਵ ਰਹਿੰਦਾ ਹੈ। ਮਾਇਆ ਉਹਦਾ ਜੀਵਨ ਨੂੰ ਅਨਸਕਸੈਸਫੁਲ ਕਰ ਦਿੰਦੀ ਹੈ। ਮਾਇਆ ਉਹਦੇ ਜੀਵਨ ਨੂੰ ਜੰਜਾਲ ਬਣਾ ਦਿੰਦੀ ਹੈ। ਮਾਇਆ ਉਹਦੇ ਜੀਵਨ ਨੂੰ ਟਰੈਪ ਬਣਾ ਦਿੰਦੀ ਹੈ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਇਹਨੂੰ ਦੇਖਣਾ ਮਹਾਰਾਜ ਕੀ ਕਹਿ ਰਹੇ ਹਨ। ਮਹਾਰਾਜ ਕਹਿੰਦੇ ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਇਸ ਜੀਵਨ ਵਿੱਚ ਰਹਿੰਦੇ ਹੋਏ, ਜੀਵਨ ਜੀਂਦੇ ਹੋਏ ਲਿਵ ਲੱਗ ਗਈ ਦੁਬਾਰਾ, ਉਹ ਇਸ ਮਾਇਆ ਨੂੰ ਜੀਂਦੇ ਹੋਏ ਇਹਦੇ ਵਿੱਚ ਪ੍ਰਾਪਤ ਕਰ ਲੈਂਦੇ ਹਨ। ਇਹ ਮਾਇਆ ਉਹਨਾਂ ਦਾ ਫਿਰ ਕੁਛ ਨਹੀਂ ਵਿਗਾੜ ਸਕਦੀ ਹੈ। ਤਾਂ ਅਸੀਂ ਕਿਸੇ ਗਿਆਨਵਾਨ ਇਨਸਾਨ ਕੋਲ ਅਗਰ ਜਾਂਦੇ ਹਾਂ, ਕੋਈ ਸਾਨੂੰ ਮਾੜੀ ਲੱਤ ਲੱਗੀ ਹੁੰਦੀ ਹੈ, ਤਾਂ ਉਹਨੂੰ ਛੁਡਾਉਣ ਵਾਸਤੇ ਉਹ ਕਦੇ ਸਾਨੂੰ ਇਹ ਨਹੀਂ ਕਹੇਗਾ ਕਿ ਇਸ ਦਾ ਧਿਆਨ ਕਰ। ਉਹ ਹਮੇਸ਼ਾ ਸਾਨੂੰ ਕਹੇਗਾ ਇਹਨੂੰ ਛੱਡ ਦੇ। ਜੋ ਚੀਜ਼ ਤੋਂ ਤੂੰ ਵਿਆਕੁਲ ਹੈ, ਕੋਈ ਵੀ ਤੈਨੂੰ, ਕੋਈ ਸ਼ਰਾਬ ਪੀਂਦਾ ਹੈ, ਕੋਈ ਕੁਝ ਕਰਦਾ ਹੈ, ਕੋਈ ਵੀ ਗੱਲ ਹੋਏ, ਤਾਂ ਉਹ ਗਿਆਨਵਾਨ ਇਨਸਾਨ ਹੈ, ਕਹੇਗਾ ਤੂੰ ਨਾਮ ਜਪ, ਇਹਦੇ ਧਿਆਨ ਨਾ ਕਰ। ਜਿਸ ਤੂੰ ਸੋਚ ਰਿਹਾ ਕਿ ਤੂੰ ਆਪ ਇਸ ਨੂੰ ਜਿੱਤ ਲਏਗਾ, ਤੂੰ ਆਪ ਨਹੀਂ ਜਿੱਤ ਪਾਏਗਾ। ਪਰ ਅਗਰ ਤੇਰਾ ਨਾਮ ਜੁੜ ਗਿਆ ਔਰ ਉਹਦੀ ਕਿਰਪਾ ਹੋ ਗਈ, ਤਾਂ ਤੂੰ ਫਿਰ ਸਭ ਕੁਝ ਜਿੱਤ ਲਏਗਾ। ਇਹ ਸਾਈਕੋਲੋਜੀ ਹੈ ਜੀਵਨ ਦੀ। ਈਗੋ ਜਿਹੜੀ ਪ੍ਰੋਬਲਮਸ ਕ੍ਰੀਏਟ ਕਰਦੀ ਹੈ, ਈਗੋ ਉਹਨੂੰ ਸੋਲਵ ਨਹੀਂ ਕਰ ਪਾਉਂਦੀ। ਅਲਟੀਮੇਟ ਜੀਵਨ ਦਾ ਸੋਲਿਊਸ਼ਨ ਗੁਰਪ੍ਰਸਾਦ ਵਿੱਚ ਹੈ ਮਹਾਰਾਜ। ਜੇ ਮੈਨੂੰ ਗੁਰਪ੍ਰਸਾਦ ਮਿਲੇਗਾ ਤਾਂ ਹੀ ਜੀਵਨ ਦਾ ਸਕਸੈਸ ਮਿਲੇਗਾ। ਜੋ ਜੰਜਾਲ ਮੈਂ ਆਪਣੇ ਆਲੇ ਦੁਆਲੇ ਖੜਾ ਕੀਤਾ ਹੈ, ਉਸ ਤੋਂ ਰਾਹ ਮੇਰੇ ਕੋਲ ਨਹੀਂ ਹੈ। ਆਈ ਹੈਵ ਨੋ ਸੋਲਿਊਸ਼ਨ ਫॉर दैट। ਉਹਦਾ ਸੋਲਿਊਸ਼ਨ ਨਾਮ ਦੇ ਵਿੱਚ ਹੀ ਹੈ, ਨਿਰੰਕਾਰ ਦੇ ਵਿੱਚ ਲਿਵ ਲਗਾਉਣ ਦਾ ਸੋਲਿਊਸ਼ਨ ਹੈ। ਤਾਂ ਮਹਾਰਾਜ ਇਹ ਸਾਨੂੰ ਮਾਇਆ ਬਾਰੇ ਸਮਝਾ ਰਹੇ ਹਨ। ਮਹਾਰਾਜ ਕਹਿੰਦੇ ਨੇ ਕਿ ਜਿਹੜੀ
ਜਿਸ ਕਰਤੇ ਨੂੰ ਮੈਂ ਲੱਭਦਾ ਹਾਂ, ਜਿਹਨੂੰ ਮੈਂ ਫੜ ਨਹੀਂ ਪਾਉਂਦਾ, ਤੋਲ ਨਹੀਂ ਪਾਉਂਦਾ, ਇਸ ਕਰਤੇ ਤੋਂ ਮਾਇਆ ਦੇ ਕਰਕੇ ਮੈਂ ਦੀਵਾਨਾ ਹਾਂ, ਤਾਂ ਝੂਠ ਠਗੋਰੀ ਪਾਇਆ। ਠੱਗਿਆ ਗਿਆ ਹਾਂ। ਠੱਗਿਆ ਕੌਣ ਜਾਂਦਾ ਹੈ ਮਹਾਰਾਜ? ਜਿਹੜਾ ਵਪਾਰ ਠੱਗੀ 'ਚ ਕਰਦਾ ਹੈ, ਜ਼ਿਆਦਾ ਦੇ ਦਿੰਦਾ ਹੈ, ਘੱਟ ਲੈਂਦਾ ਹੈ। ਜੋ ਉਸ ਤੋਂ ਜੋ ਉਹ ਪ੍ਰਾਪਤ ਕਰ ਸਕਦਾ ਹੈ ਉਹ ਪ੍ਰਾਪਤ ਨਹੀਂ ਕਰਦਾ। ਪੈਸੇ ਤਾਂ ਦੇ ਦਿੱਤੇ, ਉਸ ਵਸਤੂ ਦੇ ਮਿਲੀ ਨਹੀਂ। ਜੀਵਨ ਦਾ ਖਰਚ ਹੋ ਗਿਆ, ਜਿਹੜਾ ਹੀਰਾ ਜੀਵਨ ਦੇ ਵਿੱਚ ਸੀ ਉਹ ਮਿਲਿਆ ਨਹੀਂ। ਠੱਗੀ ਹੋ ਗਈ ਮਹਾਰਾਜ, ਠੱਗਿਆ ਗਿਆ। ਇਹ ਠੱਗੀ ਸ਼ਬਦ ਦਾ ਇੱਕ ਅਰਥ ਉਹ ਵੀ ਬਣਦਾ ਹੈ, ਜਿਹੜੀ ਇੱਕ ਬੂਟੀ ਮਿਲਦੀ ਹੈ, ਉਹਨੂੰ ਸੁੰਘਾ ਦਿੰਦਾ ਹੈ ਕੋਈ, ਇਹ ਉੱਥੋਂ ਉਹ ਵੀ ਇਹਦਾ ਸੋਰਸ ਹੈ। ਤਾਂ ਮੈਂ ਨਸ਼ੇ ਵਿੱਚ ਜੀਵਨ ਦੇ ਨਸ਼ੇ ਨੂੰ ਭੁੱਲ ਗਿਆ, ਜੀਵਨ ਨੂੰ ਭੁੱਲ ਗਿਆ। ਜੀਵਨ ਕੀ ਹੈ? ਠੱਗਿਆ ਗਿਆ ਮਹਾਰਾਜ। ਲਬ ਲੋਭ ਮੁਹਤਾਜ ਵਿਗੂਤੇ। ਲਬ ਔਰ ਲੋਭ ਇਹ ਦੋਨੋਂ ਸਿਮਿਲਰ ਮੀਨਿੰਗਸ ਹਨ। ਲਬ ਮੀਨਿੰਗ ਕਿ ਅਸੀਂ ਕਿਸੇ ਵਸਤੂ ਦੀ ਬਹੁਤ ਡਿਜ਼ਾਇਰ ਕਰਦੇ ਹਾਂ, ਬਹੁਤ ਇੰਟੈਂਸ ਡਿਜ਼ਾਇਰ ਕਰਦੇ ਹਾਂ, ਔਰ ਲੋਭ ਅਸੀਂ ਗਰੀਡ ਹੈ ਸਾਡੀ ਜਨਰਲ। ਤਾਂ ਲਬ ਔਰ ਲੋਭ ਇਹਦੇ ਮੁਹਤਾਜ ਹਾਂ ਅਸੀਂ, ਕਿਉਂਕਿ ਮੈਂ ਜਿਸ ਸੱਤ ਨੂੰ ਲੱਭਦਾ ਹਾਂ ਮੈਂ ਉਹਨੂੰ ਸੋਰਸ ਹੀ ਲਬ ਔਰ ਲੋਭ ਨੂੰ ਬਣਾਇਆ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਜਿਤਨਾ ਜ਼ਿਆਦਾ ਮਿਲ ਜਾਏ, ਜਾਂ ਇਹ ਵਸਤੂ ਮਿਲ ਜਾਏ, ਇਹ ਰਿਲੇਸ਼ਨਸ਼ਿਪ ਮਿਲ ਜਾਏ, ਇਹ ਸਟੇਟਸ ਮਿਲ ਜਾਏ, ਇਸ ਨਾਲ ਮੈਂ ਪਾਰ ਉਤਰਾਂਗਾ। ਤਾਂ ਮੈਂ ਉਹਦੇ ਸਾਰੀ ਐਨਰਜੀ ਲਗਾ ਦਿੰਦਾ ਜੀਵਨ ਦੀ। ਪਰ ਉਹ ਠੱਗੀ ਹੋ ਰਹੀ ਹੈ। ਜੀਵਨ ਦਾ ਦਾਅ ਤਾਂ ਖੇਡ ਰਿਹਾ ਹੈ, ਪਰ ਹੈ ਤਾਂ ਠੱਗੀ। ਲਬ ਲੋਭ ਮੁਹਤਾਜ ਵਿਗੂਤੇ। ਵਿਗੂਤੇ ਦਾ ਅਰਥ ਹੈ ਕਿ ਖਰਾਬ ਹੋ ਗਿਆ। ਉਹਦੇ ਮੁਹਤਾਜ ਹੋ ਕੇ ਅਸੀਂ ਉਹਨੂੰ ਪ੍ਰਾਪਤ ਨਹੀਂ ਕੀਤਾ, ਖੁਆਰ ਹੋ ਗਏ, ਮਨ ਖਰਾਬ ਹੋ ਗਿਆ, ਮਨ ਪਰੇਸ਼ਾਨੀ, ਉਲਝਣ, ਦੁਆਇਸ਼ ਵਿੱਚ ਹੀ ਰਿਹਾ। ਮਨ ਨੂੰ ਆਪਣਾ ਸ਼ਿਖਰ ਨਹੀਂ ਪ੍ਰਾਪਤ ਹੋਇਆ, ਆਪਣਾ ਘਰ ਨਹੀਂ ਮਿਲਿਆ। ਮਹਾਰਾਜ ਵਿਚਰ ਤਾਂ ਰਹੇ ਸੀ ਦੁਨੀਆ ਵਿੱਚ, ਇੱਕ ਘਰ ਲੱਭਦਾ ਸੀ, ਉਹ ਵੀ ਆਪਣਾ ਨਹੀਂ ਰਿਹਾ। ਕਈ ਸੀਮੈਂਟ ਔਰ ਲੋਹੇ ਦੇ ਘਰ ਬਣਾਏ, ਪਰ ਆਪਣੇ ਕੰਮ ਕੋਈ ਨਹੀਂ ਆਇਆ। ਕਈ ਅਡੰਬਰਾਂ ਨਾਲ ਪੈਸੇ ਕਮਾਏ, ਪਰ ਜਾਣ ਵੇਲੇ ਰਾਹ ਵਿੱਚ ਕੋਈ ਪੱਲੇ ਨਾ ਪਾਇਆ ਰਸਤਾ। ਕਈ ਰਿਲੇਸ਼ਨਸ਼ਿਪਸ ਬਣਾਏ, ਉਹਨਾਂ ਦੇ ਵਿੱਚ ਬੜੇ ਸੈਕਰੀਫਾਈਸ ਕੀਤੇ, ਪਰ ਜਾਣ ਵੇਲੇ ਉਹਨਾਂ ਨੇ ਹੀ ਮੈਨੂੰ ਅੱਗ ਲਗਾਣੀ ਹੈ। ਮਹਾਰਾਜ ਜੀਵਨ ਦਾ ਸੱਤ ਕੀ ਹੈ? ਉਹ ਇਹੀ ਚੀਜ਼ਾਂ ਜਿਹੜੀਆਂ ਮੇਰੇ ਅਧੂਰੇਪਨ ਨੂੰ ਰੈਲੇਵੈਂਟ ਦਿਖਦੀਆਂ ਹਨ। ਸਮਝਣਾ ਮਹਾਰਾਜ, ਜੋ ਕੁਝ ਮੈਂ ਕਹਿ ਰਿਹਾ, ਰਿਲੇਸ਼ਨਸ਼ਿਪਸ, ਇਹ ਸਭ ਇਨਕੰਪਲੀਟਨੈਸ ਦੀ ਨਿਸ਼ਾਨੀਆਂ ਹਨ ਮੇਰੀਆਂ। ਪਰ ਜਿਸ ਦਿਨ ਮੈਂ ਉਸ ਸੱਤ ਦੇ ਪ੍ਰਕਾਸ਼ ਦੇ ਵਿੱਚ ਆ ਗਿਆ, ਉਹਦੇ ਸਾਹਮਣੇ ਆ ਗਿਆ, ਉਸ ਆਨੰਦ ਨੂੰ ਪ੍ਰਾਪਤ ਕਰ ਲਿਆ, ਫਿਰ ਇਹ ਆਨੰਦ ਇਸ ਜੀਵਨ ਵਿੱਚ ਵੀ ਉਤਰ ਜਾਂਦਾ ਹੈ। ਫਿਰ ਇਹ ਰਿਲੇਸ਼ਨਸ਼ਿਪਸ ਵੀ ਨਾਲ ਅਧੂਰੀਆਂ ਨਹੀਂ ਰਹਿੰਦੀਆਂ, ਇਹ ਵੀ ਕੰਪਲੀਟ ਹੋ ਜਾਂਦੀਆਂ। ਕੀਤੀ ਛੁੱਟੀ ਨਾਲ ਦਾ ਮਤਲਬ ਹੀ ਇਹੀ ਹੈ। ਸਰਹੰਦ ਦੀ ਕਥਾ ਹੈ ਮਹਾਰਾਜ। ਕੋਰਟ ਦੇ ਦਿਨ ਚੱਲਦੇ ਹਨ, ਸਾਹਿਬਜ਼ਾਦਿਆਂ ਦੇ ਕੋਰਟ ਦੇ ਦਿਨ ਚੱਲਦੇ ਹਨ। ਕਚਹਿਰੀ ਵਿੱਚ ਪੇਸ਼ੀ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਸਮਾਧੀ 'ਚ ਹਨ। ਜਿਹੜਾ ਨਾਲ ਹੈ ਉਹ ਸਿੱਖ ਸੋਚਦਾ ਹੈ ਮਹਾਰਾਜ ਪਾਣੀ ਵੀ ਨਹੀਂ ਮੰਗਦੇ ਅੱਜ। ਇਹ ਸਮਝਣਾ ਮਹਾਰਾਜ ਗੱਲ ਨੂੰ। ਇੰਨੀ ਜ਼ਿਆਦਾ ਐਨਰਜੀ ਕਿ ਮਹਾਰਾਜ ਉੱਥੇ ਆਪ ਬਿਰਾਜਮਾਨ ਹਨ, ਨਾਲ ਆਪ ਧਿਆਨ 'ਚ ਹਨ, ਪੂਰੀ ਤਰ੍ਹਾਂ ਉਹਦੇ ਵਿੱਚ ਸਮਾ ਗਏ ਹਨ, ਬੱਚਿਆਂ ਦੇ ਵਿੱਚ। ਜਿਹੜਾ ਬ੍ਰਹਮ ਗਿਆਨੀ ਹੈ ਉਹ ਪੂਰਾ ਹੈ, ਉਹਦੇ ਫਿਰ ਰਿਲੇਸ਼ਨਸ਼ਿਪਸ ਵੀ ਪੂਰੇ ਹਨ। ਜਿਹੜਾ ਨਿਆਣਾ ਹੈ, ਜਿਸ ਨੇ ਜੀਵਨ ਨੂੰ ਜਾਣਿਆ ਨਹੀਂ, ਉਹਦਾ ਸਭ ਕੁਝ ਅਧੂਰਾ ਹੈ।
ਤਾਂ ਉਹ ਜਿਹੜਾ ਕੁਛ ਉਹਦੇ ਕੋਲ ਹੈ ਜੋ ਅਧੂਰਾ ਹੈ, ਉਹ ਸਭ ਉਹ ਸਾਰੀ ਉਹਦੀ ਇਨਵੈਸਟਮੈਂਟ ਉਹਦੀ ਦੀਵਾਰ ਬਣ ਜਾਂਦੀ ਹੈ, ਰਸਤਾ ਉਹਦਾ ਰੋਕ ਦਿੰਦੀ ਹੈ। ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਿਆ ਤੇ ਡੂਬੀ ਅਲੇ। ਮੋਹ ਦੇ ਕਾਰਨ ਮੇਰੇ ਪੈਰ ਫਸ ਗਏ ਹਨ, ਹੁਣ ਚੱਲਦੇ ਨਹੀਂ ਹਨ, ਤਾਂ ਡੁੱਬ ਗਿਆ ਹਾਂ ਮਹਾਰਾਜ, ਉਹਦੇ ਮੋਹ ਦੇ ਵਿੱਚ ਮੈਂ ਡੁੱਬ ਗਿਆ ਹਾਂ। ਔਰ ਅਗਰ ਸੱਤ ਦਾ ਮੈਂ ਧਿਆਨੀ ਹਾਂ ਤਾਂ ਉਹੀ ਰਿਲੇਸ਼ਨਸ਼ਿਪਸ ਨੂੰ ਮੈਂ ਪਾਰ ਲਿਜਾ ਸਕਦਾ ਹਾਂ। ਇਹ ਬੜਾ ਐਨੋਮਲੀ ਹੈ, ਬਟ ਇਹ ਰਿਐਲਿਟੀ ਹੈ ਜੋ ਬਾਣੀ ਸਾਨੂੰ ਦੱਸਦੀ ਹੈ। ਤਾਂ ਖਰਾਬ ਹੁੰਦੇ ਹਨ। ਮਹਾਰਾਜ ਕਹਿੰਦੇ ਨੇ ਕਿ ਫਿਰ ਉਹ ਲਬ ਲੋਭ ਮੁਹਤਾਜ ਵੀ ਗੁੱਤੇ, ਜਿਵੇਂ ਮਹਾਰਾਜ ਨੇ ਸਮਝਾਇਆ ਕਿ ਬਈ ਜੀਂਦੇ ਜੀ ਫਿਰ ਉਹ ਪ੍ਰਾਪਤ ਕਰ ਲੈਂਦੇ ਹਨ, ਫਿਰ ਉਹ ਮਾਇਆ ਦੇ ਵਿੱਚ ਰਹਿ ਰਹੇ ਹਨ। ਉਹ ਅਸੀਂ ਔਰ ਤੁਸੀਂ ਜਿਵੇਂ ਰਹਿੰਦੇ ਹਾਂ ਉਹੀ ਭੋਗਦੇ ਹਨ ਸਾਰੇ। ਹਾਲਾਂਕਿ ਉਹਨਾਂ ਨੂੰ ਉਹ ਰਸ ਨਹੀਂ ਆਉਂਦਾ ਜਿਹੜਾ ਸਾਨੂੰ ਆਉਂਦਾ ਹੈ, ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਜ਼ਿਆਦਾ ਮਿੱਠਾ ਲੱਗਦਾ ਹੈ। ਔਰ ਨਾਮ ਦੇ ਰਸ ਦੇ ਸਾਹਮਣੇ ਇਹ ਸਾਰੇ ਫਿੱਕੇ ਹਨ ਜੋ ਅਸੀਂ ਰਸ ਭੋਗਦੇ ਹਾਂ। ਰਸ ਦੇ ਬਿਨਾਂ ਜੀਵਨ ਨਹੀਂ ਹੈ। ਜਦ ਤੱਕ ਮੇਰੇ ਮਨ ਵਿੱਚ ਨਾਮ ਦਾ ਰਸ ਨਹੀਂ ਆਏਗਾ, ਮੈਨੂੰ ਰਸ ਤਾਂ ਚਾਹੀਦਾ ਹੈ, ਤਾਂ ਮੈਂ ਦੂਸਰਾ ਰਸ ਜ਼ਰੂਰ ਲਵਾਂਗਾ, ਲੈਣਾ ਹੀ ਪਏਗਾ। ਇਹ ਮੰਨਣਾ ਚਾਹੀਦਾ ਮੈਨੂੰ। ਇਹ ਗੱਲ ਕੌਨਫਲਿਕਟ ਕ੍ਰੀਏਟ ਕਰਦੀ ਹੈ ਸਾਡੇ ਵਿੱਚ। ਕਰਨਾ ਕੀ ਹੈ? ਨਾਮ ਜਪਣਾ ਹੈ ਮਹਾਰਾਜ। ਜਪ ਮਨ ਸਤਨਾਮ ਸਦਾ ਸਤਨਾਮ, ਜਨ ਨਾਨਕ ਕੋ ਗੁਰੈ ਮਤ ਦੀਨੀ, ਜਪ ਹਰ ਭਵਜਲ ਤਰਨਾ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਮਹਾਰਾਜ ਕਹਿੰਦੇ ਹਨ ਏਕ ਸਰੇਵੋ, ਏਕ ਸਰੇਵੇ ਤਾਂ ਗਤਮਿਤ ਪਾਵੇ। ਗਤਮਿਤ ਉਹਦਾ ਗਿਆਨ ਹੋ ਜਾਣਾ, ਉਹਦੀ ਮੈਜਰਮੈਂਟ, ਉਹਦਾ ਨੇਚਰ ਜਾਣ ਲੈਣਾ। ਜੋ ਨਿਰੰਕਾਰ ਹੈ ਉਹਦੀ ਗਤਮਿਤ, ਉਹਦੀ ਰਿਐਲਿਟੀ। ਜਦ ਇੱਕ ਨੂੰ ਸਰੇਵਾ, ਜਦ ਉਹਦਾ ਮੈਂ ਸਿਮਰਨ ਕਰਦਾ ਹਾਂ ਮਹਾਰਾਜ, ਜਦ ਮੈਂ ਸਿਮਰਨ ਕਿਵੇਂ ਕਰਦਾ ਹਾਂ? ਸਿਮਰਨ ਮੈਂ ਤਾਂ ਹੀ ਕਰ ਸਕਦਾ ਹਾਂ ਜਦ ਮੈਂ ਨੂੰ ਛੱਡਦਾ ਹਾਂ। ਮੇਰਾ ਜੀਵਨ ਮੈਂ ਕਰਦਾ ਹੈ ਸਾਰਾ ਟਾਈਮ। ਮੈਂ ਕਰਦਾ ਹੈ ਜੀਵਨ। ਤੂੰ ਹੀ ਨਿਰੰਕਾਰ ਨਹੀਂ ਕਹਿੰਦਾ ਹੈ। ਇਹ ਦੋਨੋਂ ਡਾਇਮੈਟ੍ਰਿਕਲੀ ਆਪੋਜ਼ਿਟ ਹਨ ਜੀ, ਨੇਚਰ ਆਫ ਲਾਈਫ। ਇਹ ਮੈਂ ਨੂੰ ਛੱਡ ਕੇ ਜਦ ਮੈਂ ਤੂੰ ਕਰਾਂਗਾ ਤਾਂ ਨਾਮ ਵੱਲ ਟੋਰਾਂਗਾ ਮਹਾਰਾਜ। ਤਾਂ ਮਹਾਰਾਜ ਕਹਿੰਦੇ ਹਨ ਕਿ ਏਕ ਸਰੇਵ, ਇੱਕ ਨੂੰ ਸਿਮਰਨ ਕਰਾਂਗਾ। ਸਿਮਰਨ ਤਾਂ ਹੀ ਹੋਏਗਾ ਜਦੋਂ ਮੈਂ ਨੂੰ ਛੱਡ ਦਿਆਂਗਾ, ਜਾਂ ਮੈਂ ਵਿੱਚ ਰਹਿੰਦੇ ਹੋਏ ਮੈਂ ਤੂੰ ਹੀ ਕਹਾਂਗਾ। ਤਾਂ ਜਿਵੇਂ ਭਗਤ ਕਬੀਰ ਕਹਿੰਦੇ, ਤੂੰ ਕਰਦਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ। ਕਰਨਾ ਕੀ ਹੈ ਮਹਾਰਾਜ? ਆਓ ਅਭਿਆਸ ਇਕੱਠੇ ਹੋ ਕੇ ਕਰੀਏ, ਸੰਗਤ ਰੂਪ ਵਿੱਚ ਕਰੀਏ, ਜੁੜੀਏ ਨਾਮ ਦੇ ਵਿੱਚ। ਕੋਈ ਅੱਗੇ ਪਿੱਛੇ ਨਹੀਂ, ਸਾਰੇ ਗੁਰੂ ਨੂੰ ਯਾਦ ਕਰਨ ਦੇ ਲਈ ਅਭਿਆਸ ਵਿੱਚ ਜੁੜਨਾ ਬਣਦਾ ਹੈ ਸਾਡਾ। ਏਕ ਸਰੇਵੇ ਤਾਂ ਗਤਮਿਤ ਪਾਵੇ, ਤਾਂ ਜਾਣ ਲਏਗਾ ਜੀਵਨ ਕੀ ਹੈ, ਜਾਣ ਲਏਗਾ ਮਹਾਰਾਜ ਕਿ ਰਿਐਲਿਟੀ ਲਾਈਫ ਦੀ ਕੀ ਹੈ। ਆਵਣ ਜਾਣ ਰਹਾਈ, ਆਣਾ ਔਰ ਜਾਣਾ ਤੋਂ ਫਿਰ मूवमेंट माइंड ਦੀ ਹਟ ਜਾਏਗੀ ਫਿਰ। ਔਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਇਨਸਾਨ ਫਿਰ ਜਨਮ ਨਹੀਂ ਲਏਗਾ। ਅਗਰ ਉਹਦਾ ਜੀ ਕਰੇਗਾ ਜਨਮ ਲਏਗਾ, ਉਹ ਤਾਂ ਆਜ਼ਾਦ ਹੈ। ਜਦੋਂ ਉਹਦਾ ਜੀ ਹੈ ਕਰ ਸਕਦਾ ਹੈ, ਉਹ ਜਨਮ ਲੈ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਤਾਂ ਜਨਮ ਲਿਆ ਹੀ ਹੈ। ਇਵੇਂ ਸੰਤ ਵੀ ਜਨਮ ਲੈਂਦੇ ਹਨ। ਅਗਰ ਉਹਨਾਂ ਦਾ ਸੰਕਲਪ ਹੋਏ ਤਾਂ ਜਨਮ ਲੈਂਦੇ ਹਨ। ਔਰ ਜੀਵਨ ਵਿੱਚ ਭਲਾ ਹੋਣ ਲਈ ਸੰਤ ਆਉਂਦੇ ਹਨ, ਤਾਂ ਭਲਾ ਹੁੰਦਾ ਹੈ। ਤਾਂ ਉਹਨਾਂ ਦਾ ਮਰਜ਼ੀ ਹੋਏਗੀ ਤਾਂ ਉਹ ਜਨਮ ਲੈਣਗੇ। ਪਰ ਉਹਨਾਂ ਦਾ ਮਨ ਜਿਹੜਾ ਹੈ ਹੁਣ ਉਹ ਥਿਰ ਹੈ, ਉਹ ਮੂਵਮੈਂਟ ਵਿੱਚ ਨਹੀਂ ਹੈ। ਹੁਣ ਉਹ ਘਰ ਪਹੁੰਚ ਗਿਆ, ਆਪਣੇ ਸਹਿਜ ਵਿੱਚ ਹੈ, ਆਨੰਦ ਵਿੱਚ ਹੈ, ਅੰਮ੍ਰਿਤ ਦੇ ਵਿੱਚ ਹੈ ਮਹਾਰਾਜ। ਦੁਨੀਆ ਤੋਂ ਹੁਣ
ਪਦਾਰਥ ਤੋਂ ਦੇ ਆਧਾਰ ਤੇ ਨਹੀਂ ਹੈ, ਫਾਊਂਡੇਸ਼ਨ ਉਹਦੀ ਫਿਜ਼ੀਕਲ ਲਾਈਫ ਨਹੀਂ ਹੈ, ਆਤਮਾ ਦਾ ਰਸ ਹੈ। ਤਾਂ ਮਹਾਰਾਜ ਨੇ ਕਿਹਾ ਖਾਲਸਾ ਵੀ ਉਹੀ ਹੈ ਜਿਹੜਾ ਆਤਮਾ ਦੇ ਰਸ ਨੂੰ ਜਾਣਦਾ ਹੈ। ਬੜੀ ਪਿਆਰੀ ਗੱਲ ਗੁਰੂ ਸਾਹਿਬ ਕਰਦੇ ਹਨ। ਬਜ਼ੁਰਗਾਂ ਨਾਲ ਮੈਂ ਰਹਿੰਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਵਿਚਾਰ ਕਰਦੇ ਸਨ, ਰੋ ਪੈਂਦੇ ਸਨ ਕਈ ਵਾਰ। ਕਹਿੰਦੇ ਸਨ ਇੰਨਾ ਵੱਡਾ ਦਿਲ ਮਹਾਰਾਜ ਦਾ, ਸਿੱਖਾਂ ਨੇ ਕੀ ਕੁਛ ਨਹੀਂ ਕਰ ਦਿੱਤਾ, ਫਿਰ ਵੀ ਮਹਾਰਾਜ ਨੇ ਪਰਿਵਾਰ ਤੇ ਵੀ ਆ ਗਈ। ਦਰਅਸਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਹਸੀਅਤ ਜਿਹੜੀ ਦੁਨੀਆ ਵਿੱਚ ਆਈ, ਉਹਨਾਂ ਦੀ ਅਸੀਂ ਗੱਲ ਹੀ ਨਹੀਂ ਕਰ ਸਕਦੇ ਹਾਂ। ਕਹਿਣਾ ਇੱਕ ਤਰ੍ਹਾਂ ਨਾਲ ਦੋਸ਼ ਹੈ, ਪਰ ਇਹ ਤੇ ਕਹਿਣਾ ਬਣਦਾ ਹੈ ਕਿ ਮਹਾਰਾਜ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਇਹ ਤੇ ਕਹਿਣਾ ਬਣਦਾ ਹੈ ਕਿ ਇਹੋ ਜਿਹੇ ਗੁਰੂ ਦੇ ਸਿੱਖ ਅਸੀਂ ਬਣ ਜਾਈਏ। ਇਹ ਕਿਰਪਾ ਅਗਰ ਨਿਰੰਕਾਰ ਕਰ ਦੇ ਤਾਂ ਜੀਵਨ ਦਾ ਆਨੰਦ ਔਰ ਸਿਖਰ, ਜੀਵਨ ਦਾ ਸੱਤ, ਜੀਵਨ ਨੂੰ ਜਾਣ ਲਵਾਂਗੇ। ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਤਾਂ ਉੱਥੇ ਮੁਗਲ ਪੁੱਛਦਾ ਹੈ ਕਿ ਹੁਣ ਕਿੱਥੇ ਤੇਰਾ ਗੁਰੂ? ਤਾਂ ਉਹ ਕਹਿੰਦੇ ਹਨ ਕਿ ਮੇਰਾ ਗੁਰੂ ਤਾਂ ਹਾਜ਼ਰ ਹੈ। ਇਹ ਜਿਹੜਾ ਦੋਸ਼ ਤੁਸੀਂ ਮੈਨੂੰ ਦੇ ਰਹੇ ਹੋ, ਤੁਸੀਂ ਉਹ ਮਹਾਰਾਜ ਉਹਨੂੰ ਪੁੱਛਦੇ ਹਨ ਬੰਦਾ ਸਿੰਘ ਬਹਾਦਰ ਨਾਲ, ਕੀ ਕਰੀਏ? ਫਰਖੁਸਿਆਰ ਪੁੱਛਦਾ ਹੈ ਤਾਂ ਬੰਦਾ ਸਿੰਘ ਬਹਾਦਰ ਕਹਿੰਦੇ ਹਨ ਜੋ ਤੁਸੀਂ ਕਰੋਗੇ ਉਹੀ ਤੁਹਾਨੂੰ ਮਿਲੇਗਾ, ਜੋ ਤੁਸੀਂ ਮੇਰੇ ਨਾਲ ਕਰੋਗੇ ਤੁਹਾਨੂੰ ਮਿਲੇਗਾ। ਫਰਖੁਸਿਆਰ ਸਮਝਦਾ ਨਹੀਂ ਗੱਲ ਨੂੰ, ਇੱਕ ਸੰਤ ਦਾ ਬਚਨ ਹੈ, ਬ੍ਰਹਮ ਗਿਆਨੀ ਦਾ ਬਚਨ ਹੈ। ਤਾਂ ਬੰਦਾ ਸਿੰਘ ਬਹਾਦਰ ਉਸ ਨੂੰ ਸਮਝਾਉਂਦੇ ਹਨ ਕਿ ਮੇਰੇ ਗੁਰੂ ਨੇ ਇਹ ਜਿਹੜਾ ਖੇਲ ਰਚ ਰਹੇ ਹਨ, ਜਿਹਦੇ ਨਾਲ ਮੈਨੂੰ ਇੱਥੇ ਪੀੜਤ ਕੀਤਾ ਜਾ ਰਿਹਾ ਹੈ, ਉਹ ਮੇਰੇ ਕਰਮਾਂ ਨੂੰ ਪੂਰੀ ਤਰ੍ਹਾਂ ਕੱਟ ਰਹੇ ਹਨ, ਤਾਂ ਕਿ ਮੈਂ ਸਦਾ ਲਈ ਉਹਨਾਂ ਦੇ ਚਰਨਾਂ ਵਿੱਚ ਰਹਿ ਸਕਾਂ। ਬਹੁਤ ਡੂੰਘੀ ਗੱਲ ਹੈ ਮਹਾਰਾਜ। ਨਹੀਂ ਤਾਂ ਕੌਣ ਕਿਸੇ ਗੁਰੂ ਲਈ ਸਿੱਖ ਇੰਨੀ ਪੀੜਾ ਕੌਣ ਸਹਿੰਦਾ ਹੈ ਮਹਾਰਾਜ। ਪਰ ਇਹ ਬਚਨ ਗੁਰੂ ਬੰਦਾ ਸਿੰਘ ਬਹਾਦਰ ਜੀ ਦੇ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਅਸਲ ਗੁਰੂ ਮੰਨਿਆ, ਔਰ ਇੱਕ ਤਰ੍ਹਾਂ ਸਮਝੀਏ ਤੇ ਸਰੀਰ ਬੰਦਾ ਸਿੰਘ ਬਹਾਦਰ ਜੀ ਦਾ ਸੀ, ਕਲਾ ਗੁਰੂ ਮਹਾਰਾਜ ਦੀ ਵਰਤ ਰਹੀ ਸੀ। ਇਕੱਲੇ ਨਿਕਲੇ ਹਨ ਨਾਂਦੇੜ ਤੋਂ, ਥੋੜ੍ਹੇ ਜਿਹੇ ਸਿੱਖ ਲੈ ਕੇ ਪੂਰਾ ਮੁਗਲ ਅੰਪਾਇਰ ਹਿਲਾ ਦਿੱਤਾ ਹੈ। ਮਹਾਰਾਜ ਕਿਰਪਾ ਕਰਨ ਕਿਸੇ ਦਿਨ ਸਾਨੂੰ ਗੁਰੂ ਦਾ ਪ੍ਰੇਮ ਮਿਲੇ। ਉਸ ਤੋਂ ਉੱਤਮ ਇਸ ਜੀਵਨ ਵਿੱਚ ਕੁਛ ਵੀ ਨਹੀਂ ਹੈ। ਜਦੋਂ ਅਸੀਂ ਮਸਨਵੀ ਪੜ੍ਹਦੇ ਹਾਂ ਭਾਈ ਨੰਦ ਲਾਲ ਦੀ, ਤਾਂ ਹਰ ਇੱਕ ਕਪਲੇਟ ਵਿੱਚ ਪ੍ਰੇਮ ਹੀ ਨਿਕਲਦਾ ਹੈ ਬਾਹਰ। ਧੰਨ ਮਹਾਰਾਜ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਏਕ ਸਰੇਵੋ ਤਾਂ ਗਤ ਮਿਤ ਪਾਵੇ, ਆਵਣ ਜਾਣ ਰਹਾਈ। ਜਦੋਂ ਉਸ ਇੱਕ ਨੂੰ ਸੇਵਾ ਕਰਦੇ ਹਾਂ ਤਾਂ ਉਹਦੀ ਗਤ ਔਰ ਮਿਤ, ਨਿਰੰਕਾਰ ਕੀ ਹੈ, ਦੁਨੀਆ ਕੀ ਹੈ, ਜੀਵਨ ਕੀ ਹੈ, ਇਹਦਾ ਗਿਆਨ ਮਿਲ ਜਾਂਦਾ ਹੈ ਮਹਾਰਾਜ। ਆਵਣ ਜਾਣ ਰਹਾਈ, ਤਾਂ ਸਟੇਬਿਲਿਟੀ ਮਿਲਦੀ ਹੈ, ਸਿਕਿਉਰਿਟੀ ਮਿਲਦੀ ਹੈ, ਚੇਂਜ ਜੀਵਨ 'ਚੋਂ ਖਤਮ ਹੋ ਜਾਂਦਾ ਹੈ। ਹੁਣ ਮੇਰਾ ਘਰ ਥਿਰ ਹੈ। ਅੱਜ ਦੇ ਬਚਨ ਇੰਨੇ ਪ੍ਰਵਾਨ ਕਰਨਾ ਮਹਾਰਾਜ।
मेरियां गलतियां खिमा कर देना। कई बार दूर निकल जाना विचार करते करते। आप दा बहुत धन्नवाद है। आप दे आंदे गुरु दे दर्शन होंदे हन। संगत विच गुरु वसदा है। इनू मैं सच जानदा हाँ। यह पौड़ी 6वीं पौड़ी दी विचार ओंकारेश्वर दी गुरु नानक साहब दे चरनां विच धन्नवाद है। आप सब दा बहुत धन्नवाद है। महाराज किरपा करन सिख बन सकीए, सिक्खी दा ज्ञान हो जाए। बहुत बहुत धन्नवाद। वाहिगुरू जी का खालसा, वाहिगुरू जी की फतेह।